नहीं मैंने मिली जितना अगल बात है नहीं फिर कंप्यूटर पे नहीं कंप्यूटर पे ही क्लास चलती थी हाँ जी नीरज सर हाँ जी सर देखो स्क्रीन शेयर करके हाँ जी ठीक है सर जी ये आप ही ऐड करेंगे तू रिसेंट ते जा ਉਹ ਦਿਨ ਲੈਣਾ ਉਹ ਵੇਟਿੰਗ ਦਾ ਨਹੀਂ ਸੀ ਅਸੀਂ ਦੇਖਣਾ ਕਰਨੇ ਵਾਲਾ ਲੈ ਕੇ ਆਣਾ सर हो नहीं रही जी हाँ सर हो रही है मैं एंटर करा पार्टिसिपेंट मेरा भी जूम पे अकाउंट बना दो जी ये शेयर कैसे लेना बता हेलो हाँ जी सर स्क्रीन शेयर दी ऑप्शन क्यों नहीं आ रही ਤੁਸੀਂ ਕੋ ਹੋਸਟ ਹੋ ਆਣੀ ਚਾਹੀਦੀ ਹੈ ਸੀ ਵੇਟਿੰਗ ਰੂਮ ਹੀ ਆ ਉਹੀ ਸ਼ੋ ਹੋ ਰਹੇ ਆ ਉਹਨੂੰ ਛੱਡੋ ਤੁਸੀਂ ਉਹਨੂੰ ਰਹਿਣ ਦਿਓ ਇਹ ਦੇਖੋ ਤੁਸੀਂ ਉਹਦੇ ਵਿੱਚ ਸ਼ੋ ਹੋ ਰਹੇ ਕਿ ਨਹੀਂ ਹੋ ਰਹੇ ਤੁਸੀਂ ਕੋ ਹੋਸਟ ਬਣਾਏ ਹੋਏ ਆਲਰੇਡੀ ਹਾਂਜੀ ਤੁਸੀਂ ਕੋ ਹੋਸਟ ਹੋ ਤੁਹਾਡੇ ਕੋਲ ਸ਼ੇਅਰ ਵਾਲਾ ਗ੍ਰੀਨ ਆਉਂਦਾ ਕਿ ਨਹੀਂ ਆਉਂਦਾ ਐਰੋ ਹਾਂਜੀ ਆ ਰਿਹਾ ਹਾਂਜੀ ਉੱਥੋਂ ਸ਼ੇਅਰ ਹੋਣਾ ਠੀਕ ਹੈ ਜੀ ਉੱਥੋਂ ਸ਼ੇਅਰ ਕਰਕੇ ਜਦ ਤੁਸੀਂ ਪਹਿਲਾਂ ਫਾਈਲ ਖੋਲੀ ਸੀ ਨਾ ਉਸੇ ਲੋਕੇਸ਼ਨ 'ਚ ਚਲ ਜਾਓ ਵਾਪਸ
ਇਹਦੇ ਤੇ ਆ ਰਿਹਾ ਫੋਟੋ ਡਾਕੂਮੈਂਟਸ ਵੈਬ URL ਤੇ ਬੁੱਕਮਾਰਕ। ਹਾਂਜੀ ਫਿਰ ਤੁਹਾਡੇ ਜਿਹੜੇ ਉਹ ਹੈਗੇ ਨਾ ਡਾਕੂਮੈਂਟਸ ਉਹਦੇ ਵਿੱਚ ਦੇਖ ਤੁਸੀਂ ਰੱਖਿਓ ਕਿੱਥੇ ਪਹਿਲਾਂ ਦੱਸਿਓ। ਹਾਂਜੀ ਤੁਹਾਡੀ PPT ਪਈ ਕਿੱਥੇ ਆ ਤੁਹਾਡੇ ਮੋਬਾਈਲ 'ਚ? ਮਾਈ ਫਾਈਲ ਚ। ਮਾਈ ਫਾਈਲ ਡਾਕੂਮੈਂਟ 'ਚ ਜਾਓ। ਹਾਂਜੀ ਹਾਂਜੀ ਓਪਨ ਨਹੀਂ ਹੋ ਰਹੀ। ਸਕਰੀਨ ਸ਼ੇਅਰ ਚ ਗ੍ਰੀਨ ਵਾਲੇ ਤੇ ਜਾ ਕੇ ਸਰ ਡਾਕੂਮੈਂਟਸ ਤੇ ਚਲ ਗਿਆ ਮੈਂ। ਅੱਛਾ ਉਹਦੇ ਬਾਅਦ ਆ ਤਾਂ ਨਹੀਂ ਰਹੀ ਡਿਵਾਈਸ ਸਟੋਰੇਜ। ਦੇਖੋ ਤੁਹਾਡੀ ਕਿੱਥੇ ਪਈ ਆ, ਮੋਬਾਈਲ 'ਚ ਪਈ ਆ ਜਾਂ ਤੁਸੀਂ ਸਟੋਰੇਜ ਕਿੱਥੇ ਰੱਖੀ ਹੋ ਉਹ ਤੁਹਾਨੂੰ ਪਤਾ ਹੋਣਾ ਨਾ ਉਹਦੇ ਵਿੱਚੋਂ। ਸਕਰੀਨ ਸ਼ੇਅਰ ਦੀ ਆਪਸ਼ਨ ਸਰ ਕਿਉਂ ਨਹੀਂ ਆ ਰਹੀ? ਸਰ ਤੁਸੀਂ ਸਕਰੀਨ ਸ਼ੇਅਰ ਕਰ ਰਹੇ ਹੋ ਆਲਰੇਡੀ, ਤਾਂ ਹੀ ਤੁਹਾਡੇ ਡਾਕੂਮੈਂਟ ਸ਼ੋ ਹੋ ਰਹੇ ਉਹਦੇ ਵਿੱਚ ਨਾ। ਸਕਰੀਨ ਸ਼ੇਅਰ ਦੇ ਵਿੱਚ 2-3 ਚੀਜ਼ਾਂ ਆਣੀਆਂ, ਇੱਕ URL ਆਊਗਾ, ਇੱਕ ਆਊਗਾ ਡਾਕੂਮੈਂਟ, ਇੱਕ ਹੋਰ ਕੁਛ ਆਊਗਾ। ਡਾਕੂਮੈਂਟ ਦੇ ਵਿੱਚ ਤੁਸੀਂ ਦੇਖੋ ਕਿੱਥੇ ਪਈ ਹੈ ਤੁਹਾਡੀ ਜਿਹੜੀ ਫੋਨ ਦੇ ਵਿੱਚ ਕਿੱਥੇ ਪਈ ਹੈ। ਹਾਂਜੀ ਮੈਂ ਨਿੰਮੀ ਵਰਲਡ ਚ ਪਾਈ ਸੀ ਏਦਾਂ ਕਰਕੇ ਤਾਂ ਉਹ ਨਹੀਂ ਹੋ ਰਹੀ। ਦੂਸਰਾ ਡਾਕੂਮੈਂਟ ਦੇਖ ਲਓ, ਡਾਕੂਮੈਂਟ ਜਿਹੜੀ ਫਾਈਲ ਹੋਰ ਕੋਈ ਦੇਖ ਲਓ ਕੋਈ ਜਿਹੜੀ ਹੈਗੀ ਤੁਹਾਡੇ ਕੋਲ। ਦੇਖ ਲਓ ਕਿਉਂਕਿ ਤੁਹਾਡੇ ਮੋਬਾਈਲ ਤੋਂ ਸ਼ੋ ਹੋਣੀ ਹੈ ਨਾ। ਹਾਂਜੀ ਸਰ ਸਕਰੀਨ ਸ਼ੇਅਰ ਮੈਂ ਬਹੁਤ ਟਰਾਈ ਕਰਦਾ ਪਿਆ। ਸਕਰੀਨ ਸ਼ੇਅਰ ਚ ਫੋਟੋ ਡਾਕੂਮੈਂਟ ਵੈਬ URL ਬੁੱਕਮਾਰਕ ਆ ਰਿਹਾ। ਡਾਕੂਮੈਂਟਸ ਚ ਸਰ ਸਕਰੀਨ ਸ਼ੇਅਰ ਦੀ ਆਪਸ਼ਨ ਤੇ ਦਿਓ ਮੈਨੂੰ। ਹੈਲੋ ਸਰ ਹੈਲੋ ਸਰ ਸਕਰੀਨ ਸ਼ੇਅਰ ਦੀ ਮੈਨੂੰ ਆਪਸ਼ਨ ਤੇ ਦਵੋ, ਆਪਸ਼ਨ ਹੀ ਨਹੀਂ ਸ਼ੋ ਹੋ ਰਹੀ। ਸਰ ਤੁਹਾਡੇ ਕੋਲ ਸਕਰੀਨ ਸ਼ੇਅਰ ਦੀ ਆਪਸ਼ਨ ਆਈ ਹੋ ਤਾਂ ਹੀ ਤੁਸੀਂ 3 ਚੀਜ਼ਾਂ ਦੇਖ ਰਹੇ ਹੋ, ਡਾਕੂਮੈਂਟ ਦੇਖ ਰਹੇ ਹੋ, ਫੋਟੋ ਦੇਖ ਰਹੇ ਹੋ, URL ਦੇਖ ਰਹੇ ਹੋ। ਤੁਹਾਡੇ ਡਾਕੂਮੈਂਟ ਦੇ ਵਿੱਚ ਹੀ ਉਹ ਸ਼ੇਅਰ ਹੋਣੀ, ਜਾ ਕੇ ਡਾਕੂਮੈਂਟ ਚੋਂ ਫਾਈਲ ਲੱਭੋ ਪਹਿਲਾਂ ਕਿੱਥੇ ਆ। ਡਾਕੂਮੈਂਟ ਦੇ ਵਿੱਚ ਫਾਈਲ ਪਾਉਣੀ, ਡਾਕੂਮੈਂਟ ਦੇ ਵਿੱਚੋਂ ਫਾਈਲ ਪਾਉਣੀ। ਨਹੀਂ ਮਿਲੀ। ਹੈਲੋ ਹਾਂਜੀ ਹਾਂਜੀ ਨਹੀਂ ਮਿਲੀ। ਉਹ ਸਰ ਸਕਰੀਨ ਸ਼ੇਅਰ ਹੀ ਨਹੀਂ ਹੋ ਰਹੀ। ਹਾਂਜੀ ਇੱਕ ਮਿੰਟ ਆਮ ਬੇਟੇ ਨਾਲ। ਸਰ ਉੱਥੇ ਸ਼ੇਅਰ ਤੇ ਜਾ ਕੇ ਸਕਰੀਨ ਦੀ ਆਪਸ਼ਨ ਆਣੀ ਜੀ, ਸਕਰੀਨ ਦੀ ਨਹੀਂ ਆਪਸ਼ਨ ਆ ਰਹੀ। ਡਾਕੂਮੈਂਟਸ ਚ ਨਿੰਮੀ ਵੈਲਡਰ ਵਾਲਾ ਸੀ ਇੱਕ ਫੋਲਡਰ ਬਣਾਇਆ ਦਾ ਸੀ, ਉਹਦੇ ਚ ਹੈਗੀ ਸੀ ਪਰ ਉਹਦੇ ਚ ਆ ਨਹੀਂ ਰਹੀ ਹੁਣ।
ਸਰ ਸਕਰੀਨ ਸ਼ੇਅਰ ਤੋਂ ਬਾਅਦ ਸਕਰੀਨ ਦੀ ਆਪਸ਼ਨ ਦੋ ਨਾ, ਫੇਰ ਹੀ ਹੋਈ ਜੀ ਮੈਂ ਸ਼ੇਅਰ। ਤੁਹਾਨੂੰ ਸਾਰਾ ਕੁਝ ਦੇ ਚੁੱਕਾ ਆ, ਤੁਹਾਡੇ ਕੋਲ ਪਾਵਰ ਦੇ ਚੁੱਕੀ ਹੋ। ਜੇ ਕਹੋ ਤਾਂ ਮੈਂ ਤੁਹਾਨੂੰ ਹੋਸਟ ਬਣਾਉਣ ਦਾ, ਤੁਸੀਂ ਆਪੇ ਕੱਢ ਕੇ ਦੇਖ ਲਓ ਕਿੱਥੇ ਪਈ ਆ ਤੁਹਾਡੇ ਕੋਲ। ਹਾਂਜੀ ਹੋਸਟ ਬਣਾ ਦਿਓ ਸਰ। सर नहीं शो हो रही सर जी। तो सही जा रहा हूँ। हाँ जी नहीं हुई सर लगे हैं शो ही नहीं हो रही। रुको जरा रुको। हाँ जी बाल साहब। हाँ जी मित्तल साहब सत श्री अकाल, रणधीर सिंह बाल बोलना जी। हाँ जी ठीक है। हेलो मित्तल जी। हाँ जी हेलो हेलो मित्तल साहब हेलो हेलो सर मेरी आवाज आ रही जी। हाँ जी हेलो हेलो हाँ जी परमजीत सर आवाज आ रही तो मेरी की नहीं। हाँ जी मैंने तो आ रही। मित्तल साहब छੱਡ के चल के लगता मित्तल साहब हेलो है नहीं मीटिंग दे विच। अच्छा मैं फोन करके कह देना उन्होंने जरा। ठीक है हाँ जी बाल साहब। नेक्स्ट स्लाइड प्लीज। हाँ वीक नंबर 44 ਦੇ ਜਿਹੜੇ ਹਫਤੇ ਵਿੱਚ ਜਿਹੜੇ ਟੌਪਿਕਸ ਆਉਂਦੇ ਆ ਉਹਦੇ ਜਿਹਦੇ ਬਾਰੇ ਅਸੀਂ ਡਿਸਕਸ ਕਰਾਂਗੇ ਉਹ ਹੈ ਰੈਜ਼ਿਸਟੈਂਸ ਵੈਲਡਿੰਗ, ਪ੍ਰਿੰਸੀਪਲ ਆਫ ਰੈਜ਼ਿਸਟੈਂਸ ਵੈਲਡਿੰਗ, ਪਾਵਰ ਸੋਰਸ ਐਂਡ ਵੈਲਡਿੰਗ ਪੈਰਾਮੀਟਰਸ, types of resistance welding process, application and limitation of resistance welding। मतलब resistance welding ਕੀ ਹੁੰਦੀ ਹੈ, resistance welding ਦਾ ਮੂਲ ਸਿਧਾਂਤ ਕੀ ਹੈ, resistance welding ਦੇ ਪਾਵਰ ਸੋਰਸ ਕਿਹੜੇ ਹੈ ਤੇ resistance welding ਦੇ ਕਰਨ ਦੇ welding parameters ਕਿਹੜੇ ਹੈ ਤੇ ਨਾ types of resistance welding मतलब ਉਹਦੀ resistance welding ਕਿਸਮਾਂ ਕਿਹੜੀਆਂ ਹਨ ਤੇ resistance welding ਦਾ ਪ੍ਰਯੋਗ ਕਿੱਥੇ ਕਿੱਥੇ ਹੁੰਦਾ ਹੈ ਤੇ ਰੈਜ਼ਿਸਟੈਂਸ ਵੈਲਡਿੰਗ ਵਿੱਚ ਕਿਹੜੀਆਂ ਲਿਮਿਟੇਸ਼ਨਸ ਹਨ। ਇਹਦੇ 'ਚ ਰੈਜ਼ਿਸਟੈਂਸ ਵੈਲਡਿੰਗ ਕੀ ਹੈ, ਸਭ ਤੋਂ ਪਹਿਲੇ ਅਸੀਂ ਉਹਦੀ ਪਰਿਭਾਸ਼ਾ ਨੂੰ ਸਮਝ ਲਈਏ। ਰੈਜ਼ਿਸਟੈਂਸ ਵੈਲਡਿੰਗ ਵੈਲਡਿੰਗ ਦੀਆਂ ਉਹਨਾਂ ਸਾਰੀਆਂ ਵਿਧੀਆਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਵਿੱਚ ਵੈਲਡਿੰਗ ਦੇ ਲਈ ਜ਼ਰੂਰੀ ਤਾਪ ਬਿਜਲੀ ਧਾਰਾਂ ਨੂੰ ਜੋੜ ਕੇ ਰੈਜ਼ਿਸਟੈਂਸ ਜਾਂ ਵਿਰੋਧ ਦੇ ਵਿੱਚੋਂ ਲੰਘ ਕੇ ਪੈਦਾ ਕੀਤੀ ਜਾਂਦੀ ਹੈ।
ਇਹ ਦਬਾਅ ਦੀ ਸਹਾਇਤਾ ਦੇ ਨਾਲ ਦੋ ਪਾਰਟਸ ਦੇ ਵੈਲਡ ਖੇਤਰ ਨੂੰ ਪਿਘਲਣ ਬਿੰਦੂ ਤੇ ਲੈ ਜਾ ਕੇ ਜੋੜਦਾ ਹੈ। ਹੁਣ ਇਹ ਰੈਜ਼ਿਸਟੈਂਸ ਵੈਲਡਿੰਗ ਕੀ ਹੈ, ਇਸ ਦੇ ਫੰਡਾਂ ਨੂੰ ਅਸੀਂ ਚੰਗੀ ਤਰ੍ਹਾਂ ਪਹਿਲੇ ਕਲੀਅਰ ਕਰ ਲਈਏ। ਇਹ ਤੇ ਪਰਿਭਾਸ਼ਾ ਹੋ ਗਈ ਹੈ ਨਾ, ਪਰਿਭਾਸ਼ਾ ਤੋਂ ਰੈਜ਼ਿਸਟੈਂਸ ਵੈਲਡਿੰਗ ਕੀ ਹੈ ਇਹ ਇੰਨਾ ਨਹੀਂ ਪਤਾ ਲੱਗਦਾ। ਹੁਣ ਹਰ ਇੱਕ ਸਿਖਿਆਰਥੀ ਨੂੰ ਰੈਜ਼ਿਸਟੈਂਸ ਵੈਲਡਿੰਗ ਦੀ ਪੂਰੀ ਫੰਡਾ ਕਲੀਅਰ ਹੋਣਾ ਚਾਹੀਦਾ। ਦੇਖੋ ਰੈਜ਼ਿਸਟੈਂਸ ਵੈਲਡਿੰਗ ਇਹੀ ਵੈਲਡਿੰਗ ਦੀਆਂ ਉਹ ਸਾਰੀਆਂ ਵਿਧੀਆਂ ਨੂੰ ਅਸੀਂ ਰੈਜ਼ਿਸਟੈਂਸ ਵੈਲਡਿੰਗ ਕਹਿ ਦਿੰਦੇ ਹਾਂ, ਜਿਹਦੇ ਵਿੱਚੋਂ ਵਰਕ ਪੀਸ ਦੀ ਜਿਹੜੀ ਅੰਦਰੂਨੀ ਰੈਜ਼ਿਸਟੈਂਸ ਦਾ ਪ੍ਰਯੋਗ ਕੀਤਾ ਜਾਂਦਾ। ਹਰ ਇੱਕ ਮਟੀਰੀਅਲ ਜੋ ਵੀ ਵਰਕ ਮਟੀਰੀਅਲ ਆ ਉਸਦੀ ਆਪਣੀ ਰੈਜ਼ਿਸਟੈਂਸ ਹੁੰਦੀ ਹੈ। ਕੋਈ ਵੀ ਮਟੀਰੀਅਲ ਜਿਸ ਵਿੱਚੋਂ ਅਸੀਂ ਇਲੈਕਟ੍ਰਿਸਿਟੀ ਪਾਸ ਕਰਾਂਗੇ ਉਹਦੇ 'ਚ ਕੁਝ ਨਾ ਕੁਝ ਇਲੈਕਟ੍ਰਿਸਿਟੀ ਲਈ ਰੈਜ਼ਿਸਟੈਂਸ ਹੋਵੇਗਾ। ਉਸ ਮਟੀਰੀਅਲ ਦੀ ਰੈਜ਼ਿਸਟੈਂਸ ਦੇ ਕਾਰਨ ਹੀ ਇਲੈਕਟ੍ਰਿਸਿਟੀ ਜੋ ਹੁੰਦੀ ਹੈ ਉਹ ਹੀਟ ਵਿੱਚ ਕਨਵਰਟ ਕਰੇਗਾ। ਹੁਣ ਇਸ ਇਲੈਕਟ੍ਰਿਸਿਟੀ ਦੀ ਹੀਟ ਦਾ ਪ੍ਰਯੋਗ ਕਰਕੇ ਅਸੀਂ ਮਟੀਰੀਅਲ ਦੀ ਫਿਊਜ਼ਨ ਹੋਵੇਗੀ, ਜਿਸ ਕਰਕੇ ਵੈਲਡਿੰਗ ਸੰਭਵ ਹੋਵੇਗੀ। ਵੈਲਡਿੰਗ ਲਈ ਜ਼ਰੂਰੀ ਤੱਤ ਕਿਹੜੇ ਹਨ? ਇੱਕ ਸਾਨੂੰ ਤਾਪ ਦੀ ਜ਼ਰੂਰਤ ਹੁੰਦੀ ਹੈ, ਤਾਪ ਇਹਦਾ ਮੁੱਖ ਤੱਤ ਹੈ। ਤੇ ਇਹ ਸਾਡੀ ਹੁਣ ਤਾਪ ਕਿੱਦਾਂ ਪੈਦਾ ਹੋਇਆ ਮੈਂ ਤੁਹਾਨੂੰ ਦੱਸ ਦਿੱਤਾ ਵਾ। ਜਿਹੜੀ ਹਰ ਇੱਕ ਵਰਕ ਮਟੀਰੀਅਲ ਦੀ ਆਪਣੀ ਅੰਦਰੂਨੀ ਰੈਜ਼ਿਸਟੈਂਸ ਹੁੰਦੀ ਆ, ਉਹੀ ਰੈਜ਼ਿਸਟੈਂਸ ਦੇ ਵਿੱਚੋਂ ਜਦੋਂ ਆਪਾਂ ਆਈ ਵਰਕ ਮਟੀਰੀਅਲ ਚੋਂ ਇਲੈਕਟ੍ਰਿਸਿਟੀ ਪਾਸ ਕਰਨੇ ਆ, ਉਹ ਰੈਜ਼ਿਸਟੈਂਸ ਦੇ ਕਰਕੇ ਉਹ ਇਲੈਕਟ੍ਰਿਸਿਟੀ ਨੂੰ ਹੀਟ ਵਿੱਚ ਕਨਵਰਟ ਕਰਦਾ। ਰੈਜ਼ਿਸਟੈਂਸ ਵੈਲਡਿੰਗ ਪ੍ਰੋਸੈਸ ਦੇ ਵਿੱਚ ਅਸੀਂ ਕੋਈ ਤਰ੍ਹਾਂ ਦੀ ਕੋਈ ਫਿਲਰ ਰੋਡ ਦਾ ਪ੍ਰਯੋਗ ਨਹੀਂ ਕਰਦੇ ਤੇ ਨਾ ਹੀ ਇਹੀ ਕੋਈ ਸ਼ੀਲਡਿੰਗ ਗੈਸ ਦਾ ਪ੍ਰਯੋਗ ਕਰਨੇ ਆ। ਸਿਰਫ ਇਹਦੇ ਲਈ ਵਰਕ ਮਟੀਰੀਅਲ ਦੀ ਅੰਦਰੂਨੀ ਰੈਜ਼ਿਸਟੈਂਸ ਦਾ ਪ੍ਰਯੋਗ ਕੀਤਾ ਜਾਂਦਾ ਹੈ ਤੇ ਉਹਦੇ ਨਾਲ ਹੀ ਹੀਟ ਜਨਰੇਟ ਕੀਤੀ ਜਾਂਦੀ ਹੈ। ਜਦੋਂ ਵੈਲਡਿੰਗ ਜੋੜ ਦੇ ਸਿਰੇ ਗਰਮ ਹੋ ਕੇ ਪਲਾਸਟਿਕ ਅਵਸਥਾ ਵਿੱਚ ਪਹੁੰਚ ਜਾਂਦੇ ਹਨ ਤਾਂ ਉਸ ਤੋਂ ਬਾਅਦ ਦਬਾਅ ਪਾ ਕੇ ਜੋੜ ਪੂਰਾ ਕਰ ਦਿੱਤਾ ਜਾਂਦਾ ਹੈ। ਦਬਾਅ ਤੱਕ ਪਿਘਲ ਕੇ ਇਹ ਇੱਕ ਹੋ ਜਾਂਦੇ ਹਨ ਤੇ ਜੇਕਰ ਕੋਈ ਆਕਸਾਈਡ ਦੀ ਪਰਤ ਹੈ ਉਹ ਵੀ ਇਸ ਜੋੜ ਵਿੱਚੋਂ ਬਾਹਰ ਨਿਕਲ ਜਾਂਦੀ ਹੈ। ਦਬਾਅ ਜਿਹੜਾ ਇਸ ਵੈਲਡ ਜੋੜ ਤੇ ਪਾਣਾ ਉਹ 300 ਤੋਂ ਲੈ ਕੇ 600 kg ਪਰ ਸੈਂਟੀਮੀਟਰ ਜਾਂ ਇਸ ਤੋਂ ਜ਼ਿਆਦਾ ਪਾਇਆ ਜਾਂਦਾ ਹੈ। ਦਬਾਅ ਪਾਉਣ ਦੇ ਕਈ ਤਰੀਕੇ, ਮਕੈਨੀਕਲ ਤਰੀਕੇ ਨਾਲ ਜਾਂ ਹਾਈਡ੍ਰੋਲਿਕ ਵਿਧੀ ਦੁਆਰਾ ਦਬਾਅ ਪਾਇਆ ਜਾ ਸਕਦਾ ਹੈ। ਲਗਭਗ ਸਾਰੀਆਂ ਧਾਤੂਆਂ ਹੀ ਅਸੀਂ ਇਸ ਵਿਧੀ ਦੁਆਰਾ ਵੈਲਡਿੰਗ ਕਰ ਸਕਦੇ ਹਾਂ। ਜਦੋਂ ਹੁਣ ਇਹ ਡਾਇਗਰਾਮ ਹੈ ਰੈਜ਼ਿਸਟੈਂਸ ਵੈਲਡਿੰਗ ਦੀ ਜੋ ਸ਼ੋ ਹੋ ਰਹੀ ਹੈ, ਇਸ ਵਿੱਚ ਦੇਖੋ ਜਦੋਂ ਦੋ ਇਲੈਕਟ੍ਰੋਡਸ ਨੇ ਆਪਸ ਵਿੱਚ ਜੋੜੇ ਆ ਔਰ ਵਰਕ ਪੀਸ ਦੇ ਵਿੱਚੋਂ ਕਰੰਟ ਪਾਸ ਹੋਇਆ। ਕਰੰਟ ਪਾਸ ਹੋ ਕੇ ਕੀ ਬਣਿਆ? ਨਗਡ। ਨਗਡ ਕੀ ਹੈ? ਇੱਕ ਸਪੋਰਟ ਹੈ ਜਿਹੜਾ ਕਿ ਫਿਊਜ਼ਨ ਦੇ ਨਾਲ ਪੈਦਾ ਹੁੰਦਾ ਹੈ। ਜਦੋਂ ਕਰੰਟ ਪਾਸ ਹੁੰਦਾ ਉਹ ਜਗ੍ਹਾ ਤੋਂ ਮੈਟਲ ਪਿਘਲ ਜਾਂਦੀ ਹੈ ਤੇ ਸਾਡਾ ਨਗਡ ਤਿਆਰ ਹੁੰਦਾ ਹੈ। ਪਲੀਜ਼ ਅਗਲੀ ਸਲਾਈਡ। ਸਰਕਟ ਡਾਇਗਰਾਮ ਆਫ ਰੈਜ਼ਿਸਟੈਂਸ ਵੈਲਡਿੰਗ। ਇਸ ਸਰਕਟ ਡਾਇਗਰਾਮ ਤੇ ਕਲੀਅਰ ਹੋ ਰਿਹਾ ਹੈ। ਇਸ ਵਿੱਚ ਅਸੀਂ ਸਟੈਪ ਡਾਊਨ ਟਰਾਂਸਫਾਰਮਰ, ਸਿੰਗਲ ਫੇਸ ਲਾਈਨ ਸਪਲਾਈ ਸ਼ੋ ਹੋ ਰਹੀ ਹੈ, ਦੋ ਇਲੈਕਟ੍ਰੋਡ ਸ਼ੋ ਹੋ ਰਹੇ ਆ, ਮੂਵੇਬਲ ਇਲੈਕਟ੍ਰੋਡ ਤੇ ਫਿਕਸ ਇਲੈਕਟ੍ਰੋਡ। ਹੁਣ ਰੈਜ਼ਿਸਟੈਂਸ ਵੈਲਡਿੰਗ ਕਰਨ ਲਈ ਸਾਨੂੰ ਲੋ ਵੋਲਟੇਜ ਤੇ ਹਾਈ ਕਰੰਟ ਦੀ ਜ਼ਰੂਰਤ ਹੁੰਦੀ ਹੈ। ਰੈਜ਼ਿਸਟੈਂਸ ਵੈਲਡਿੰਗ ਲਈ ਕਰੰਟ ਜਿਹੜਾ ਹੁੰਦਾ ਹੈ ਅਲਟਰਨੇਟਿਵ ਕਰੰਟ ਵੀ ਹੋ ਸਕਦਾ ਹੈ ਤੇ ਡਾਇਰੈਕਟ ਕਰੰਟ ਵੀ ਹੋ ਸਕਦਾ ਹੈ, ਪਰ ਰੈਜ਼ਿਸਟੈਂਸ ਵੈਲਡਿੰਗ ਲਈ ਮੁੱਖ ਤੌਰ ਤੇ ਡਾਇਰੈਕਟ એનર્ਜੀ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਰੈਜ਼ਿਸਟੈਂਸ ਵੈਲਡਿੰਗ ਵਿੱਚ ਮੁੱਖ ਤੌਰ ਤੇ ਅਲਟਰਨੇਟਿਵ ਕਰੰਟ ਦਾ ਹੀ ਪ੍ਰਯੋਗ ਕੀਤਾ ਜਾਂਦਾ ਹੈ। ਪਲੀਜ਼ ਅਗਲੀ ਸਲਾਈਡ। ਪ੍ਰਿੰਸੀਪਲ ਆਫ ਰੈਜ਼ਿਸਟੈਂਸ ਵੈਲਡਿੰਗ। ਰੈਜ਼ਿਸਟੈਂਸ ਵੈਲਡਿੰਗ ਦਾ ਮੂਲ ਸਿਧਾਂਤ। ਰੈਜ਼ਿਸਟੈਂਸ ਵੈਲਡਿੰਗ ਜਿਸ ਉੱਤੇ ਕੰਮ ਕਰਦੀ ਹੈ ਉਹ ਤਾਪ ਦੀ ਮਾਤਰਾ, ਕਰੰਟ ਦੇ ਦੁਆਰਾ ਜਿਹੜਾ ਤਾਪ ਪੈਦਾ ਹੁੰਦਾ ਉਸ ਦੀ ਮਾਤਰਾ, ਰੈਜ਼ਿਸਟੈਂਸ ਅਤੇ ਸਮੇਂ ਦੀ ਮਾਤਰਾ ਉੱਤੇ ਨਿਰਭਰ ਕਰਦੀ ਹੈ, ਜਿਸ ਨੂੰ ਅਸੀਂ ਕਿਹੜੇ ਫਾਰਮੂਲੇ ਨਾਲ ਦਰਸਾਉਂਦੇ ਹਾਂ? H = I² RTK। H ਕੀ ਹੈ? ਪੈਦਾ ਹੋਈ ਹੀਟ, ਮਤਲਬ ਜਿਸ ਨੂੰ ਅਸੀਂ ਜੌਲ ਵਿੱਚ ਮਾਪਿਆ ਜਾਂਦਾ ਹੈ। I ਕੀ ਹੈ? ਕਰੰਟ, ਜਿਸ ਨੂੰ ਅਸੀਂ ਐਂਪੀਅਰ ਵਿੱਚ ਮਾਪਦੇ ਹਾਂ। R ਕੀ ਹੈ? ਰੈਜ਼ਿਸਟੈਂਸ, ਜਿਸ ਨੂੰ ਓਮ ਵਿੱਚ ਮਾਪਿਆ ਜਾਂਦਾ ਹੈ। T ਕੀ ਹੈ? ਸਾਡਾ ਕਰੰਟ ਗੁਜ਼ਰਨ ਦਾ ਸਮਾਂ ਸੈਕਿੰਡਾਂ ਵਿੱਚ। ਜਿਹੜੇ ਟਾਈਮ ਵੈਲਡਿੰਗ ਹੁੰਦੀ ਹੈ, ਕਰੰਟ ਪਾਸ ਹੁੰਦਾ, ਉਹ ਸਾਨੂੰ ਅਸੀਂ T ਦੇ ਨਾਲ ਦਰਸਾਉਂਦੇ ਹਾਂ। ਕਿ ਸਾਡਾ ਥਰਮਲ ਕੌਂਸਟੈਂਟ, ਹਰ ਇੱਕ ਮਟੀਰੀਅਲ ਦੀ ਆਪਣੀ ਆਪਣੀ ਥਰਮਲ ਕੰਡਕਟਿਵਿਟੀ ਹੁੰਦੀ ਹੈ। ਜਿਸ ਤਰ੍ਹਾਂ ਕਾਪਰ ਹੈ, ਐਲੂਮੀਨੀਅਮ ਹੈ, ਕਾਪਰ ਦੀ ਥਰਮਲ ਕੰਡਕਟਿਵਿਟੀ ਜ਼ਿਆਦਾ ਹੈ, ਐਲੂਮੀਨੀਅਮ ਦੀ ਉਸ ਤੋਂ ਘੱਟ ਹੈ। ਇਸ ਤਰ੍ਹਾਂ ਇਹ K ਹੈ ਸਾਡਾ ਥਰਮਲ ਕੌਂਸਟੈਂਟ ਕਹਿਲਾਉਂਦਾ ਹੈ। ਅਗਲੀ ਸਲਾਈਡ ਪਲੀਜ਼। ਇਹ ਕੀ ਹੈ? ਰੈਜ਼ਿਸਟੈਂਸ ਵੈਲਡਿੰਗ ਮਸ਼ੀਨ ਦੀ ਆਊਟਲੁੱਕ ਹੈ।
ਜੋ ਕਿ ਲਗਭਗ ਸਾਡੇ ਸਾਰੀਆਂ ਸੰਸਥਾਵਾਂ ਵਿੱਚ ਹੈਗੀ ਹੈ। ਸਾਰੇ ਸਿਖਿਆਰਥੀਆਂ ਨੇ ਵੇਖੀ ਹੋਈ ਹੈ। ਇਹ ਰੈਜ਼ਿਸਟੈਂਸ ਵੈਲਡਿੰਗ ਦੀ ਮਸ਼ੀਨ ਦੀ ਆਊਟਲੁੱਕ ਹੈ। ਪਲੀਜ਼ ਅਗਲੀ ਸਲਾਈਡ। ਰੈਜ਼ਿਸਟੈਂਸ ਵੈਲਡਿੰਗ ਮਸ਼ੀਨ ਦੇ ਮੁੱਖ ਹਿੱਸੇ। ਰੈਜ਼ਿਸਟੈਂਸ ਵੈਲਡਿੰਗ ਮਸ਼ੀਨ ਨੂੰ ਅਸੀਂ 6 ਪ੍ਰਮੁੱਖ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਫਰੇਮ, ਫੋਰਸ ਮੈਕੈਨਿਜ਼ਮ, ਇਲੈਕਟ੍ਰੀਕਲ ਸਰਕਟ, ਇਲੈਕਟ੍ਰੋਡ, ਟਾਈਮਿੰਗ ਨਿਯੰਤਰਣ ਤੇ ਕੂਲਿੰਗ ਪ੍ਰਣਾਲੀ। ਸਭ ਤੋਂ ਪਹਿਲੇ ਅਸੀਂ ਫਰੇਮ ਬਾਰੇ ਸਮਝੀਏ। ਫਰੇਮ ਕੀ ਹੈ? ਮਸ਼ੀਨ ਦੇ ਸਾਈਜ਼, ਮਸ਼ੀਨ ਦਾ ਸਾਈਜ਼ 2 ਤਰੀਕਿਆਂ ਨਾਲ ਅਸੀਂ ਮਾਪਨੇ ਆ। ਇੱਕ KVA, ਇੱਕ KW। KVA ਦਾ ਮਤਲਬ ਕੀ ਹੈ? 1000 ਵੋਲਟ ਐਂਪੀਅਰ। ਤੇ KW ਕੀ ਹੈ? ਸਾਡਾ ਕਿਲੋਵਾਟ। KVA ਦੀ ਸਹਾਇਤਾ ਦੇ ਨਾਲ ਜਿਹੜੀ ਬਿਜਲੀ ਦੀ ਸਪਲਾਈ ਆ ਰਹੀ ਹੈ ਉਸ ਉੱਤੇ ਪੈਣ ਵਾਲਾ ਪ੍ਰਭਾਵ ਮਾਪਿਆ ਜਾਂਦਾ ਹੈ। ਭਾਵ ਇਸ ਨਾਲ ਕੇਬਲ ਦਾ ਸਾਈਜ਼ ਦਾ ਪਤਾ ਕਰਨ ਵਿੱਚ ਆਸਾਨੀ ਹੁੰਦੀ ਹੈ। ਤੇ KW ਦੀ ਮਾਤਰਾ ਕੀ ਹੈ? ਵੈਲਡਿੰਗ ਵਿੱਚ ਜਿਹੜੀ ਮਿਲ ਰਹੀ ਬਿਜਲੀ ਦੀ ਸਹੀ ਸ਼ਕਤੀ ਨੂੰ ਪ੍ਰਗਟ ਕਰਦਾ ਹੈ। ਜਿਹੜੀ ਪਾਵਰ ਸਪਲਾਈ ਸਾਨੂੰ ਮਿਲ ਰਹੀ ਹੈ ਵੈਲਡਿੰਗ ਮਸ਼ੀਨ ਚਲਾਉਣ ਲਈ, ਉਹਦੀ ਕਿੰਨੀ ਸ਼ਕਤੀ ਹੈ, ਉਹਦੀ ਵਾਟ ਕਿੰਨੀ ਆ, ਉਸ ਲਈ KW ਸ਼ੋ ਹੁੰਦਾ ਹੈ। ਇਹ ਦੋਨੋਂ ਦੀ ਨੂੰ ਅਸੀਂ ਇੱਕ ਦੂਸਰੀ ਦੀ ਮਾਤਰਾ ਵਿੱਚ ਬਦਲਣ ਲਈ ਮਸ਼ੀਨ ਦਾ ਪਾਵਰ ਫੈਕਟਰ ਜਾਣਨਾ ਬਹੁਤ ਜ਼ਰੂਰੀ ਹੈ। ਪਾਵਰ ਫੈਕਟਰ ਕੱਢਣ ਦਾ ਫਾਰਮੂਲਾ ਕੀ ਹੁੰਦਾ ਹੈ? KW/KVA = ਪਾਵਰ ਫੈਕਟਰ ਕਹਿਲਾਉਂਦਾ ਹੈ। ਹਰ ਮਸ਼ੀਨ ਦਾ ਪਾਵਰ ਫੈਕਟਰ ਅਲੱਗ-ਅਲੱਗ ਹੁੰਦਾ ਹੈ। ਇਹ ਮਸ਼ੀਨ ਦੀ ਅੰਦਰੂਨੀ ਕੈਪੈਸਿਟੀ ਤੇ ਡਿਪੈਂਡ ਕਰਦਾ ਵਾ। ਇਹ 0.5 ਤੋਂ ਲੈ ਕੇ 0.9 ਹੋ ਸਕਦਾ ਹੈ। ਮਸ਼ੀਨ ਦੀ ਸਾਈਜ਼ ਦੀ ਚੋਣ ਅਸੀਂ ਵੈਲਡ ਕੀਤੀ ਜਾਣ ਵਾਲੀ ਮੈਟਲ ਦੀ ਮੋਟਾਈ ਜਾਂ ਧਾਤੂ ਦੀ ਕਿਸਮ ਉੱਤੇ ਵੀ ਨਿਰਭਰ ਕਰਦੀ ਹੈ। ਦੂਸਰਾ ਪੁਆਇੰਟ ਕੀ ਹੈ? ਫੋਰਸ ਮੈਕੈਨਿਜ਼ਮ। ਫੋਰਸ ਮੈਕੈਨਿਜ਼ਮ 'ਚ ਅੱਜ ਦੇ ਵਰਕਪੀਸ ਦੇ ਦੋਨੋਂ ਇਲੈਕਟ੍ਰੋਡ ਨੂੰ ਜਦੋਂ ਵਿਚਕਾਰ ਰੱਖਿਆ ਜਾਂਦਾ ਹੈ, ਸਾਡੇ ਮਸ਼ੀਨ 'ਚ 2 ਇਲੈਕਟ੍ਰੋਡ ਲੱਗੇ ਆ। ਇੱਕ ਇਲੈਕਟ੍ਰੋਡ ਸਾਡਾ ਹੈਗਾ ਫਿਕਸਡ ਇਲੈਕਟ੍ਰੋਡ, ਇੱਕ ਹੈਗਾ ਮੂਵੇਬਲ ਇਲੈਕਟ੍ਰੋਡ। ਜਿਹੜਾ ਨੀਚੇ ਵਾਲਾ ਇਲੈਕਟ੍ਰੋਡ ਉਹ ਸਾਡਾ ਇਲੈਕਟ੍ਰੋਡ ਬੋਡੀ ਦੇ ਮਸ਼ੀਨ ਦੀ ਬੋਡੀ ਦੇ ਨਾਲ ਫਿਕਸ ਹੁੰਦਾ। ਜਿੱਦਾਂ ਬੈਂਚ ਵਾਈਸ ਦੇ ਵਿੱਚ ਸਾਡਾ ਇੱਕ ਫਿਕਸ ਜਾ ਹੁੰਦਾ ਜਿਹੜਾ ਕਿ ਬੋਡੀ ਦੇ ਨਾਲ ਹੀ ਢਲਿਆ ਹੁੰਦਾ। ਦੂਸਰਾ ਜਾ ਜਿਹੜਾ ਹੁੰਦਾ ਮੂਵੇਬਲ ਹੁੰਦਾ, ਜਿਸ ਨੂੰ ਅਸੀਂ ਸਪਿੰਡਰ ਨਾਲ ਮੂਵ ਕਰਦੇ ਹਾਂ। ਇਸੇ ਤਰ੍ਹਾਂ ਜਿਹੜਾ ਸਾਡਾ ਅੱਪਰ ਇਲੈਕਟ੍ਰੋਡ ਹੈ ਉਸ ਨੂੰ ਅਸੀਂ ਮੂਵ ਕਰਦੇ ਹਾਂ ਰੋਕਰ ਆਰਮ ਦੀ ਸਹਾਇਤਾ ਦੇ ਨਾਲ। ਰੋਕਰ ਆਰਮ ਦਾ ਕਨੈਕਸ਼ਨ ਕਿਹਦੇ ਨਾਲ ਕੀਤਾ ਹੋਇਆ? ਆਪਣੇ ਪੈਡਲ ਦੇ ਨਾਲ। ਇਸ ਤਰ੍ਹਾਂ ਇਹ ਆਪਣਾ ਸਾਡਾ ਅੱਪਰ ਇਲੈਕਟ੍ਰੋਡ ਦੀ ਮੂਵਮੈਂਟ ਬ੍ਰੇਕ ਪੈਡਲ ਆਪਣੇ ਜਿਹੜਾ ਪੈਡਲ ਹੈ ਉਸ ਤੋਂ ਕੀਤੀ ਜਾਂਦੀ ਹੈ। ਮਸ਼ੀਨ ਉੱਤੇ ਇਲੈਕਟ੍ਰੋਡ ਉੱਤੇ ਪ੍ਰੈਸ਼ਰ ਜਿਹੜਾ ਵਾ ਰੋਕਰ ਆਰਮ ਨੂੰ ਪੈਡਲ ਦੀ ਸਹਾਇਤਾ ਦੇ ਨਾਲ ਦਬਾਅ ਪਾ ਕੇ ਪਾਇਆ ਜਾਂਦਾ ਹੈ। ਆਟੋਮੈਟਿਕ ਮਸ਼ੀਨਾਂ ਵਿੱਚ ਇਹ ਦਬਾਅ ਜਿਹੜਾ ਹੁੰਦਾ ਤੇਲ ਜਾਂ ਹਵਾ ਦੇ ਪ੍ਰੈਸ਼ਰ ਦੁਆਰਾ ਵੀ ਰੋਕਰ ਆਰਮ ਨੂੰ ਚਲਾ ਕੇ ਪਾਇਆ ਜਾ ਸਕਦਾ ਹੈ। ਇਹਦੇ ਪਿਛਲੇ ਪਾਸੇ ਧਿਆਨ ਨਾਲ ਦੇਖੋ, ਇੱਕ ਮੋਟਰ ਦੇ ਉੱਤੇ ਇੱਕ ਸਪਰਿੰਗ ਲੱਗਾ ਹੁੰਦਾ। ਉਹ ਸਪਰਿੰਗ ਦੇ ਦੁਆਰਾ ਅਸੀਂ ਪ੍ਰੈਸ਼ਰ ਨੂੰ ਘਟਾਇਆ ਜਾਂ ਵਧਾਇਆ ਵੀ ਜਾ ਸਕਦਾ ਹੈ। ਤੀਸਰਾ ਪੁਆਇੰਟ ਇਹਦੇ 'ਚ ਅੱਜ ਦਾ ਇਲੈਕਟ੍ਰੀਕਲ ਸਰਕਟ। ਇਲੈਕਟ੍ਰੀਕਲ ਸਰਕਟ ਜਿਹੜਾ ਮਸ਼ੀਨ ਦਾ ਉਹ ਸਿੰਗਲ ਫੇਸ ਮਸ਼ੀਨਾਂ ਵਿੱਚ ਸਿੰਗਲ ਫੇਸ ਟਰਾਂਸਫਾਰਮਰ ਦਾ ਪ੍ਰਯੋਗ ਹੁੰਦਾ, ਜਿਸ ਦੇ ਲਈ ਅਸੀਂ ਪ੍ਰਾਇਮਰੀ ਸਰਕਟ ਵਿੱਚ ਇਗਨੀਸ਼ਨ ਟਿਊਬਸ ਲਗਾਈਆਂ ਹੁੰਦੀਆਂ ਜੋ ਕਿ ਕਰੰਟ ਨੂੰ ਇੱਕ ਦਿਸ਼ਾ ਵਿੱਚ ਪ੍ਰਵਾਹਿਤ ਹੋਣ ਦਿੰਦੀ ਹੈ। ਤੇ ਵੈਲਡਿੰਗ ਦੇ ਜਿਹੜਾ ਸੈਕੰਡਰੀ ਸਰਕਟ ਹੁੰਦਾ ਉਸ ਵਿੱਚ ਅਸੀਂ ਫਸਟ ਡਾਇਰੈਕਟ ਕਰੰਟ ਮਿਲਦਾ ਹੈ ਜੋ ਸਾਡੇ ਇੱਕ ਸਾਈਕਲ ਦੇ ਅੱਧੇ ਸਮੇਂ ਦੇ ਲਈ ਜੌਬ ਦੇ ਵਿੱਚੋਂ ਗੁਜ਼ਰਦਾ ਹੈ ਅਤੇ ਤਾਪ ਪੈਦਾ ਕਰਦਾ ਹੈ। ਇੱਕ ਹੁੰਦੇ ਜਿਹੜੇ 3 ਫੇਸ ਮਸ਼ੀਨਾਂ ਹੁੰਦੀਆਂ ਉਹਨਾਂ ਲਈ ਇਹ ਸਟੈਪ ਡਾਊਨ ਟਰਾਂਸਫਾਰਮਰ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੋ ਕਿ ਸਿੱਧੇ ਡਾਇਰੈਕਟ એનર્ਜੀ ਸਪਲਾਈ ਦਾ ਉਪਯੋਗ ਕਰਕੇ ਚੱਲਦੇ ਹਨ। ਚੌਥਾ ਪੁਆਇੰਟ ਆ ਗਿਆ ਸਾਡਾ ਇਲੈਕਟ੍ਰੋਡ। ਇਹ ਮਸ਼ੀਨ ਦਾ ਇੱਕ ਮੇਨ ਪਾਰਟ ਇਲੈਕਟ੍ਰੋਡਸ ਹੈ। ਇਹ ਜਿਹੜੇ ਜ਼ਿਆਦਾਤਰ ਅਸੀਂ ਇਹਨੂੰ ਕਾਪਰ ਤੇ ਕਾਪਰ ਦੀ ਮਿਸ਼ਰ ਧਾਤੂਆਂ ਦੇ ਨਾਲ ਅਲੋਇਸ ਦੇ ਨਾਲ ਤਿਆਰ ਕਰਨੇ ਆ। ਇਹ ਜਿਹੜੇ ਇਲੈਕਟ੍ਰੋਡਸ ਹੈ ਇਹ ਇੱਕ ਦੂਜੇ ਦੇ ਸਮਕੋਣ ਬਿਲਕੁਲ ਫਿੱਟ ਕੀਤੇ ਹੁੰਦੇ। ਇੱਕ ਅਪਰ ਇਲੈਕਟ੍ਰੋਡ ਖਿਲਾਉਂਦਾ, ਇੱਕ ਲੋਅਰ ਇਲੈਕਟ੍ਰੋਡ ਖਿਲਾਉਂਦਾ। ਇਹਨਾਂ ਦਾ ਕੰਮ ਕੀ ਹੈ? ਵਰਕ ਪੀਸ ਨੂੰ ਕਲੈਂਪ ਕਰਨਾ। ਵਰਕ ਪੀਸ ਨੂੰ ਜਿਹੜਾ ਸਾਡਾ ਵਰਕ ਹੈ ਇਸ ਨੂੰ ਹੋਲਡਿੰਗ ਦਾ ਵੀ ਕੰਮ ਕਰਦਾ ਵਾ। ਜੋਬ ਨੂੰ ਫੜਨ ਦਬਾਅ ਪਾਉਣ ਵਿੱਚ ਇਹ ਉਪਯੋਗ ਕੀਤੇ ਜਾਂਦੇ ਹਨ। ਇਲੈਕਟ੍ਰੋਡ ਨੂੰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵਾ ਇਹ ਅਲੱਗ-ਅਲੱਗ ਰੂਪ ਵਿੱਚ ਮਿਲਦੇ ਹਨ, ਜਿਹਦਾ ਪੁਆਇੰਟਡ ਇਲੈਕਟ੍ਰੋਡ, ਡੋਮ ਇਲੈਕਟ੍ਰੋਡ, ਫਲੈਟ ਇਲੈਕਟ੍ਰੋਡ ਆਦਿ। ਹੁਣ ਇਸ ਨੂੰ ਠੰਡਾ ਕਰਨ ਲਈ ਪਾਣੀ ਲੰਘਾਉਣ ਲਈ ਇਸ ਇਲੈਕਟ੍ਰੋਡ ਦੇ ਵਿੱਚ
ਇੱਕ ਰਸਤਾ ਵੀ ਬਣਿਆ ਹੁੰਦਾ ਹੈ। ਹੁਣ ਇਲੈਕਟ੍ਰੋਡ ਦੀ ਜਿਹੜੀ ਟਿਪਸ ਹੁੰਦੇ ਆ ਜਿਹੜੇ ਮਸ਼ੀਨ ਦੇ ਉੱਪਰ ਫਿੱਟ ਕੀਤੇ ਹੋਏ ਆ, ਇਹ ਥ੍ਰੈਡਸ ਦੁਆਰਾ ਜਾਂ ਟੇਪਰ ਸ਼ੈਂਕ ਦੇ ਦੁਆਰਾ ਮਸ਼ੀਨ ਦੀ ਆਰਮ ਵਿੱਚ ਫਿੱਟ ਕੀਤੇ ਹੁੰਦੇ ਹਨ। ਇਲੈਕਟ੍ਰੋਡਸ ਦੇ ਤਲ ਨੂੰ, ਜਿਹੜਾ ਇਲੈਕਟ੍ਰੋਡ ਦਾ ਸਿਰਾ ਵਾ ਤਲ, ਉਸ ਨੂੰ ਥੋੜਾ ਜਿਹਾ ਅਸੀਂ ਗੁਲਾਈ ਰੂਪ ਦਿੰਦੇ ਆ। ਗੁਲਾਈ ਰੂਪ ਦੇਣ ਦਾ ਕਾਰਨ ਕੀ ਹੈ? ਜੇਕਰ ਇਹਦਾ ਇਹ ਚੁੰਝ ਟਾਈਪ ਹੋਏਗਾ ਤੇ ਜਦੋਂ ਵੈਲਡਿੰਗ ਕਰਾਂਗੇ ਇਹਦਾ ਇੱਕ ਵੈਲਡਿੰਗ ਦਾ ਨਿਸ਼ਾਨ ਗੱਡਾ ਜਿਹਾ ਪੈ ਜਾਏਗਾ ਜੋ ਕਿ ਬੜਾ ਭੱਦਾ ਜਿਹਾ ਲੱਗੇਗਾ। ਇਸ ਕਰਕੇ ਇਲੈਕਟ੍ਰੋਡ ਦੇ ਜਿਹੜਾ ਟਿਪ ਹੈ ਉਸ ਨੂੰ ਅਸੀਂ ਉਤਲੇ ਸਿਰੇ ਨੂੰ ਥੋੜਾ ਜਿਹਾ ਗੁਲਾਈ ਦਿੱਤੀ ਜਾਂਦੀ ਹੈ ਤਾਂ ਕਿ ਧਾਤੂ ਸਰਾਂ ਦੇ ਨਿਸ਼ਾਨ ਕੋਈ ਪੈਦਾ ਨਾ ਹੋਵੇ। ਹੁਣ ਜਿਹੜੇ ਇਲੈਕਟ੍ਰੋਨ ਨੂੰ ਮਸ਼ੀਨ ਦੇ ਅੰਦਰ ਜਿਹੜਾ ਮੈਂ ਦੱਸਿਆ ਫਿੱਟ ਕਰਦੇ ਆ, ਉਹ ਅਸੀਂ ਥ੍ਰੈਡ ਦੁਆਰਾ ਜਾਂ ਟੇਪਰ ਸ਼ੈਂਕ ਦੇ ਦੁਆਰਾ ਮਸ਼ੀਨ ਦੇ ਅੰਦਰ ਫਿੱਟ ਕੀਤੇ ਜਾਂਦੇ ਆ। ਹੁਣ ਇਹਦੀ ਜਿਹੜੀ ਪਲੇਟ ਦੀ ਮੋਟਾਈ ਹੈ ਉਹ ਤੋਂ 1.5 ਗੁਣਾ ਜ਼ਿਆਦਾ ਰੱਖੀ ਜਾਂਦੀ ਹੈ। ਜਿਹੜਾ ਟਿਪ ਦਾ ਵਿਆਸ ਜਿੰਨੇ ਮਸ਼ੀਨ ਦੇ ਅੰਦਰ ਫਿੱਟ ਹੋਣਾ ਹੁੰਦਾ ਹੈ ਉਸ ਦਾ ਡਾਇਆ ਅਸੀਂ 1.5 ਗੁਣਾ ਪਲੇਟ ਦੀ ਮੋਟਾਈ ਤੋਂ ਵੱਧ ਰੱਖਣੀ ਹੈ ਜਿਸ ਨੇ ਵੈਲਡ ਹੋਣਾ ਹੁੰਦਾ ਹੈ ਉਹਦੇ ਅਨੁਸਾਰ। ਇਸ ਨੂੰ ਬਸ ਫਿੱਟ ਕਰਨ ਵਾਲੇ ਇਹ ਧਿਆਨ ਰੱਖਣਾ ਹੈ ਇਹ ਇੱਕ ਦੂਜੇ ਦੇ ਸਮਕੋਣ ਹੋਣੇ ਚਾਹੀਦੇ ਹੈ ਤਾਂ ਕਿ ਜਿਹੜਾ ਇਹਨਾਂ ਦਾ ਪ੍ਰੈਸ਼ਰ ਹੈ ਬਿਲਕੁਲ 90 ਡਿਗਰੀ ਐਂਗਲ ਤੇ ਆਪਣੇ ਇੱਕ ਲਾਈਨ 'ਚ ਪੈ ਸਕੇ। ਇਹ ਇਹਨਾਂ ਦੀ ਅਲਾਈਨਮੈਂਟ ਪ੍ਰੋਪਰ ਹੋਣੀ ਚਾਹੀਦੀ ਹੈ। 5ਵਾਂ ਪੁਆਇੰਟ ਆ ਗਿਆ ਸਾਡਾ ਟਾਈਮਿੰਗ ਨਿਯੰਤਰਣ। ਟਾਈਮਿੰਗ ਨਿਯੰਤਰਣ ਕੀ ਹੈ? ਇਸ ਦੇ ਵਿੱਚ ਜੋਬ ਨੂੰ ਕੱਸਣ ਦਾ ਸਮਾਂ, ਕਰੰਟ ਲੰਘਾਉਣ ਦਾ ਸਮਾਂ, ਜੋਬ ਉੱਤੇ ਦਬਾਅ ਪਾ ਕੇ ਫੋਰਜ ਕਰਨ ਦਾ ਸਮਾਂ ਅਤੇ ਮਸ਼ੀਨ ਬੰਦ ਹੋਣ ਦਾ ਸਮਾਂ ਆਦਿ ਸ਼ਾਮਲ ਹੁੰਦੇ ਹਨ। ਜਿਹੜੀਆਂ ਪਹਿਲੀਆਂ ਮਸ਼ੀਨਾਂ ਬਣਦੀਆਂ ਸਨ ਉਹਦੇ 'ਚ ਇਹ ਸਾਰਾ ਕੰਮ ਆਪਰੇਟਰ ਦੁਆਰਾ ਕੀਤਾ ਜਾਂਦਾ ਸੀ, ਕੰਟਰੋਲ ਕੀਤਾ ਜਾਂਦਾ ਹੈ, ਜਿਹਦੇ ਲਈ ਇਹ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨਾ ਥੋੜਾ ਜਿਹਾ ਔਖਾ ਸੀ। ਪਰ ਹੁਣ ਜਿਉਂ ਸਾਇੰਸ ਤਰੱਕੀ ਕਰ ਰਹੀ ਹੈ, ਆਧੁਨਿਕ ਮਸ਼ੀਨਾਂ ਆ ਗਈਆਂ, ਉਹਦੇ ਲਈ ਹੁਣ ਇਲੈਕਟ੍ਰੋਨਿਕ ਸਿਸਟਮ ਆ ਗਿਆ, ਇਲੈਕਟ੍ਰੋਨਿਕ ਵਿਧੀ ਦਾ ਪ੍ਰਯੋਗ ਹੋਣ ਲੱਗ ਪਿਆ ਜੋ ਕਿ ਕਰੰਟ ਦੇ ਸਮੇਂ ਦੇ ਅਤੇ ਉਸਦੇ ਅੱਧੇ ਸਾਈਕਲ 1/100 ਸੈਕਿੰਡ ਤੋਂ ਵੀ ਘੱਟ ਸਮੇਂ ਵਿੱਚ ਸਹੀ ਕੰਟਰੋਲ ਕਰ ਸਕਦਾ ਹੈ। ਨੰਬਰ 6ਵਾਂ ਕੀ ਹੈ? ਕੂਲਿੰਗ ਪ੍ਰਣਾਲੀ। ਕੂਲਿੰਗ ਪ੍ਰਣਾਲੀ ਕੀ ਹੈ? ਇਸ ਪ੍ਰਣਾਲੀ ਦੁਆਰਾ ਠੰਡੇ ਪਾਣੀ ਦਾ ਪ੍ਰਵਾਹ ਕੀਤਾ ਜਾਂਦਾ ਹੈ ਤਾਂ ਕਿ ਇਲੈਕਟ੍ਰੋਨ ਨੂੰ ਠੰਡਾ ਕੀਤਾ ਜਾ ਸਕੇ, ਕਿਉਂਕਿ ਜਦੋਂ ਇਲੈਕਟ੍ਰੋਡ ਦੁਆਰਾ ਵੈਲਡ ਕੀਤੀ ਜਾਂਦੀ ਹੈ ਇਲੈਕਟ੍ਰੋਡ ਗਰਮ ਹੁੰਦੇ ਆ। ਇਸ ਨੂੰ ਕੂਲਿੰਗ ਸਿਸਟਮ ਨਾਲੋਂ ਨਾਲ ਦੇ ਕੇ ਇਹ ਇਲੈਕਟ੍ਰੋਨ ਨੂੰ ਠੰਡਾ ਕੀਤਾ ਜਾਂਦਾ ਹੈ। ਪਲੀਜ਼ ਅਗਲੀ ਸਲਾਈਡ। ਨੈਕਸਟ ਸਲਾਈਡ ਪਲੀਜ਼। ਹੁਣ ਇਹ ਕੀ ਹੈ? ਰੈਜ਼ਿਸਟੈਂਸ ਵੈਲਡਿੰਗ ਦੀ। ਇਹ ਵੀਡੀਓ ਚਲੇਗੀ ਨਹੀਂ ਸਰ? ਵੀਡੀਓ ਚੱਲ ਸਕਦੀ ਹੈ ਸਰ ਜੀ? ਨੀਰਜ ਜੀ ਨਹੀਂ ਚੱਲਣੀ, ਇੱਥੇ ਚੱਲਣੀ ਨਹੀਂ ਵੀਡੀਓ। ਚਲੋ ਇਹ ਤੁਹਾਨੂੰ ਦੱਸਿਆ ਇਹ ਰੈਜ਼ਿਸਟੈਂਸ ਵੈਲਡਿੰਗ ਮਸ਼ੀਨ ਹੈ ਜਿਹਦੇ ਵਿੱਚ ਇਹ 2 ਪਲੇਟਸ ਰੱਖੀਆਂ। ਜਦੋਂ ਪਲੇਟਸ ਦੇ ਵਿੱਚੋਂ ਕਰੰਟ ਪਾਸ ਹੁੰਦਾ ਹੈ ਇਹ ਜਿਹੜਾ ਅਪਰ ਇਲੈਕਟ੍ਰੋਡ ਹੈ ਇਹ ਆਪਣੀ ਪਲੇਟ ਦੇ ਨਾਲ ਜਾ ਕੇ ਸਟ੍ਰਾਈਕ ਕਰਦਾ ਤੇ ਪੈਡਲ ਦੇ ਨਾਲ ਅਸੀਂ ਪ੍ਰੈਸ਼ਰ ਪਾਉਂਦੇ ਆ ਜਿਸ ਦੇ ਦੁਆਰਾ ਸਪੋਟ ਸਾਡਾ ਤਿਆਰ ਹੋ ਜਾਂਦਾ। ਅਗਲੀ ਸਲਾਈਡ ਪਲੀਜ਼। ਅੱਗੇ ਰੈਜ਼ਿਸਟੈਂਸ ਵੈਲਡਿੰਗ ਦੇ ਪੈਰਾਮੀਟਰਸ। ਰੈਜ਼ਿਸਟੈਂਸ ਵੈਲਡਿੰਗ ਕਿਹੜੇ ਪੈਰਾਮੀਟਰਸ ਹੈ ਜਿਹਦੇ ਤੇ ਰੈਜ਼ਿਸਟੈਂਸ ਵੈਲਡਿੰਗ ਡਿਪੈਂਡ ਕਰਦੀ ਹੈ? ਇੱਥੋਂ ਕਲੀਅਰ ਹੋ ਗਿਆ ਸਾਡਾ। ਇੱਕ ਵੈਲਡਿੰਗ ਕਰੰਟ ਦੇ ਉੱਤੇ, ਇੱਕ ਇਲੈਕਟ੍ਰੋਡ ਦੀ ਫੋਰਸ ਦੇ ਉੱਤੇ, ਇੱਕ ਇਲੈਕਟ੍ਰੋਡ ਦਾ ਘੇਰਾ ਮਤਲਬ ਸੰਪਰਕ ਖੇਤਰ ਤੇ ਡਿਪੈਂਡ ਕਰਦੀ ਹੈ। ਚੌਥਾ ਵੈਲਡਿੰਗ ਕਰਨ ਦਾ ਸਮੇਂ ਤੇ ਰੈਜ਼ਿਸਟੈਂਸ ਵੈਲਡਿੰਗ ਦੇ ਪੈਰਾਮੀਟਰ ਹਨ। ਅਗਲੀ ਸਲਾਈਡ ਪਲੀਜ਼। ਹੁਣ ਆ ਗਈ ਰੈਜ਼ਿਸਟੈਂਸ ਵੈਲਡਿੰਗ ਦੀਆਂ ਕਿਸਮਾਂ। ਰੈਜ਼ਿਸਟੈਂਸ ਵੈਲਡਿੰਗ ਨੂੰ ਅਸੀਂ 5 ਕਿਸਮਾਂ ਵਿੱਚ ਵੰਡਿਆ ਹੋਇਆ। ਸਪੌਟ ਵੈਲਡਿੰਗ, ਸੀਮ ਵੈਲਡਿੰਗ, ਪ੍ਰੋਜੈਕਸ਼ਨ ਵੈਲਡਿੰਗ, ਫਲੈਸ਼ ਬੱਟ ਵੈਲਡਿੰਗ, ਬੱਟ ਜਾਂ ਅਪਸੈਟ ਵੈਲਡਿੰਗ। ਸਭ ਤੋਂ ਪਹਿਲੇ ਅਸੀਂ ਸਪੌਟ ਵੈਲਡਿੰਗ ਬਾਰੇ ਜਾਣਕਾਰੀ ਲਵਾਂਗੇ। ਅਗਲੀ ਸਲਾਈਡ ਪਲੀਜ਼। ਸਪੌਟ ਵੈਲਡਿੰਗ। ਸਪੌਟ ਵੈਲਡਿੰਗ ਮਸ਼ੀਨ ਕਈ ਸਾਈਜ਼, ਆਕਾਰਾਂ, ਸਟੇਸ਼ਨਰੀ ਅਤੇ ਪੋਰਟੇਬਲ ਕਿਸਮਾਂ ਆਦਿ ਦੀ ਬਣਾਈ ਜਾਂਦੀ ਹੈ। ਇਹ ਸਿੰਗਲ ਫੇਸ, 3 ਫੇਸ, ਆਟੋਮੈਟਿਕ ਅਤੇ ਸਟੋਰਡ એનર્ਜੀ ਦੇ ਆਧਾਰ ਤੇ ਬਣਾਈ ਜਾਂਦੀ ਹੈ। ਫਰੇਮ ਜਾਂ ਬੋਡੀ ਦੇ ਆਧਾਰ ਉੱਤੇ ਇਹ ਹੇਠ ਲਿਖੀਆਂ 3 ਕਿਸਮਾਂ ਵਿੱਚੋਂ ਸਭ ਤੋਂ ਜ਼ਿਆਦਾ ਪ੍ਰਯੋਗ ਕੀਤੀਆਂ ਜਾਂਦੀਆਂ ਨੇ। ਇੱਕ ਰੌਕਰ ਆਰਮ ਟਾਈਪ, ਪ੍ਰੈਸ ਟਾਈਪ ਤੇ ਪੋਰਟੇਬਲ ਗਨ ਟਾਈਪ। ਸਭ ਤੋਂ ਪਹਿਲੇ ਅਸੀਂ ਰੌਕਰ ਆਰਮ ਟਾਈਪ ਬਾਰੇ ਪੜਾਂਗੇ। ਅਗਲੀ ਸਲਾਈਡ ਪਲੀਜ਼।
हाँ ਇਹ ਰੋਕਰ ਆਰਮ ਟਾਈਪ ਸਪੋਰਟ ਵੈਲਡਿੰਗ ਮਸ਼ੀਨ ਹੈ। ਇਹ ਸਭ ਤੋਂ ਜ਼ਿਆਦਾ ਉਪਯੋਗ ਹੋਣ ਵਾਲੀ ਸਾਡੀ ਵੈਲਡਿੰਗ ਮਸ਼ੀਨ ਹੈ। ਹੁਣ ਜਿੱਦਾਂ ਤੁਸੀਂ ਸਾਰਿਆਂ ਨੇ ਦੇਖਿਆ ਹੋਏਗਾ ਰਿਫਟਿੰਗ ਜੁਆਇੰਟ ਵੇਖੇ ਹੋਣਗੇ, ਰਿਫਟਾਂ ਦੇ ਦੁਆਰਾ ਜੁਆਇੰਟ ਲੱਗਣਾ। ਕਹਿੰਦੇ ਰੈਜ਼ਿਸਟੈਂਸ ਵੈਲਡਿੰਗ ਵਿੱਚ ਸਭ ਤੋਂ ਜ਼ਿਆਦਾ ਉਪਯੋਗ ਕੀਤੀ ਜਾਣ ਵਾਲੀ ਇਹ ਵਿਧੀ ਹੈ। ਇਹ ਵੈਲਡ ਜੋੜ ਦਾ ਡਿਜ਼ਾਈਨ ਬਦਲੇ ਬਿਨਾਂ ਹੀ ਰਿਫਟਾਂ ਦੇ ਸਥਾਨ ਦੇ ਉੱਤੇ ਇਸ ਦਾ ਉਪਯੋਗ ਕੀਤਾ ਜਾਂਦਾ ਹੈ। ਇਸ ਦੀ ਸਹਾਇਤਾ ਦੇ ਨਾਲ ਜੋੜ ਬਹੁਤ ਤੇਜ਼ ਗਤੀ ਦੁਆਰਾ ਪੂਰੇ ਕੀਤੇ ਜਾ ਸਕਦੇ ਹਨ। ਇਹ ਪਤਲੀਆਂ ਚਾਦਰਾਂ ਸ਼ੀਟ ਦੁਆਰਾ ਬਣੀਆਂ ਵਸਤੂਆਂ ਦੀ ਜੋੜ ਪੂਰੇ ਕਰਨ ਵਿੱਚ ਸਭ ਤੋਂ ਉੱਤਮ ਵਿਧੀ ਹੈ। ਸਪੋਰਟ ਵੈਲਡਿੰਗ ਮਸ਼ੀਨ ਕਈ ਸਾਈਜ਼ ਆਕਾਰ ਸਟੇਸ਼ਨਰੀ ਵਿੱਚ ਜਿੱਦਾਂ ਉਪਲਬਧ ਹੈ। ਜਿਸ ਤਰ੍ਹਾਂ ਇਹਦਾ ਮੈਕੈਨਿਜ਼ਮ ਅਸੀਂ ਵੇਖਿਆ ਹੋਇਆ। ਹੁਣ ਇਹਦੇ ਚ ਵੀ ਮੈਂ ਤੁਹਾਨੂੰ ਪਹਿਲੇ ਵੀ ਇਹ ਚੀਜ਼ ਸ਼ੇਅਰ ਕਰ ਚੁੱਕਾ। ਜਿਹੜਾ ਸਾਡਾ ਅੱਪਰ ਇਲੈਕਟ੍ਰੋਡ ਹੈ ਉਹ ਉਸ ਦਾ ਕਨੈਕਸ਼ਨ ਕਿਹਦੇ ਨਾਲ ਹੈ? ਸਾਡਾ ਰੋਕਰ ਉਹਦੇ ਨਾਲ ਹੈ, ਰੋਕਰ ਆਰਮ ਦੇ ਨਾਲ ਹੈ। ਰੋਕਰ ਆਰਮ ਦਾ ਲਿੰਕ ਪੈਡਲ ਦੇ ਨਾਲ ਹੈ। ਹੁਣ ਇਹ ਮਸ਼ੀਨ ਵਿੱਚ ਇਲੈਕਟ੍ਰੋਡ ਦੇ ਉੱਤੇ ਪ੍ਰੈਸ਼ਰ ਰੋਕਰ ਆਰਮ ਨੂੰ ਪੈਡਲ ਦੀ ਸਹਾਇਤਾ ਦੇ ਨਾਲ ਦਬਾ ਕੇ ਪਾਇਆ ਜਾਂਦਾ ਹੈ। ਇਸ ਵਿੱਚ ਤੇਲ ਜਾਂ ਹਵਾ ਦੇ ਪ੍ਰੈਸ਼ਰ ਦੁਆਰਾ ਰੋਕਰ ਆਰਮ ਨੂੰ ਚਲਾ ਕੇ ਪਾਇਆ ਜਾ ਸਕਦਾ ਹੈ। ਇਸ ਵਿੱਚ ਪਿਛਲੇ ਪਾਸੇ ਚ ਵੇਖੋ ਇੱਕ ਸਪਰਿੰਗ ਨਜ਼ਰ ਆਉਂਦਾ। ਇਹ ਸਪਰਿੰਗ ਦੇ ਉੱਪਰਲੇ ਪਾਸੇ ਇੱਕ ਨਟ ਲੱਗਾ ਹੋਇਆ। ਇਸ ਨਟ ਦੇ ਦੁਆਰਾ ਅਸੀਂ ਪ੍ਰੈਸ਼ਰ ਨੂੰ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ। ਇਹਦੇ ਤੇ ਇੱਕ ਬੈਲ ਕ੍ਰੈਂਕ ਲੀਵਰ ਵੀ ਲੱਗਾ ਹੋਇਆ ਹੈ ਤੇ ਇੱਕ ਇਹਦੇ ਤੇ ਕੈਮ ਲੱਗੀ ਹੋਈ ਹੈ। ਕੈਮ ਦਾ ਕੰਮ ਹੁੰਦਾ ਟਾਈਮਿੰਗ ਨੂੰ ਕੰਟਰੋਲ ਕਰਨਾ ਤੇ ਬੈਲ ਕ੍ਰੈਂਕ ਦਾ ਕੰਮ ਹੈ ਤੇ ਰੋਕਰ ਆਰਮ ਨੂੰ ਮੂਵਮੈਂਟ ਦੇਣਾ ਤਾਂ ਕਿ ਇਲੈਕਟ੍ਰੋਡ अपना मूव करके तो दबाव पाया जा सके। अगली स्लाइड प्लीज। यह साडी प्रेस टाइप वेल्डिंग मशीन जिदा ये क्लीयर होंदी है, डायग्राम तो क्लीयर होंदी है। ये थोड़े जे मोटी प्लेटां दे उत्ते दबाव पाने लई कीता जांदा है। इन्हां मशीनां विच जिहड़ा प्रैशर है वो बिजली की सहायता नाल, बिजली की मोटर द्वारा जां कंप्रैस्ड एयर द्वारा चलन वाली मोटर द्वारा पाया जांदा। हाइड्रोलिक सिलेंडर का उपयोग मोटी प्लेटां दी वेल्ड करन लई कीता जांदा है। अगली स्लाइड प्लीज। पोर्टेबल गन टाइप सपोर्ट वेल्डिंग मशीन। पोर्टेबल शब्द तो सारे जानू होंगे। पोर्टेबल का मतलब है कि जिसनों असीं एक स्थान तो दूसरे स्थान ते आराम नाल लैके जा सकीए। हुण जिस तरह की वेल्डिंग मशीनां दी बॉडी पहले ऐसी वेखी है, यह मशीनां नूं कैरी करना बहुत टफ काम है, बहुत औखा काम है एक थां तो दूजी थां ते लैके जाना। हुण जिन्नी भी साडी ऑटोमोबाइल इंडस्ट्री है, जिन्हां च ट्रक कारां दी बॉडी तैयार हुंदी है, उन्हां ते थां थां ते सपोर्ट वेल्डिंग दा प्रयोग कीता जांदा है। ਉਹਦੇ ਤੇ ਅਸੀਂ ਏਡੀ ਵੱਡੀ ਵੈਲਡਿੰਗ ਮਸ਼ੀਨ ਨੂੰ ਲੈ ਕੇ ਵੈਲਡ ਬੋਡੀ ਨੂੰ ਨਹੀਂ ਕਰ ਸਕਦੇ। ਇਸ ਦੇ ਲਈ ਅਸੀਂ ਉਸਦੇ ਪਾਰਟਸ ਕਰ ਦਿੱਤੇ ਆ। ਜਿਹੜਾ ਇਹਦਾ ਪਾਵਰ ਸੋਰਸ ਹੈ ਉਸ ਨੂੰ ਅਲੱਗ ਕਰ ਦਿੱਤਾ ਹੈ, ਫੋਰਸ ਮੈਕੈਨਿਜ਼ਮ ਨੂੰ ਇਸ ਦਾ ਅਲੱਗ ਕਰ ਦਿੱਤਾ ਵਾ ਤੇ ਇਸ ਨੂੰ ਜਿਹੜੇ ਇਲੈਕਟ੍ਰੋਡ ਟਾਈਪ ਹੈ ਜਿੱਦਾਂ ਉਹ ਇੱਕ ਸਰਕਲ 'ਚ ਨਜ਼ਰ ਆ ਰਹੇ ਆ। ਇਹ ਜਿਹੜੇ ਸਾਡੀ ਪੋਰਟੇਬਲ ਗਨ ਟਾਈਪ ਸਪੋਰਟ ਵੈਲਡਿੰਗ ਮਸ਼ੀਨ 'ਚ ਇੱਕ ਸਰਕਲ 'ਚ ਇਲੈਕਟ੍ਰੋਡਸ ਨਜ਼ਰ ਆ ਰਹੇ ਆ। ਇਹ ਇਸ ਨੂੰ ਬੜੇ ਆਰਾਮ ਨਾਲ ਕੈਰੀ ਕਰਕੇ ਆਪਣੇ ਜਿੱਥੇ ਵੀ ਅਸੀਂ ਬੋਡੀ ਹੈ, ਬੋਡੀ ਦੇ ਉੱਤੇ ਜਿੱਥੇ ਵੀ ਇਹ ਸਪੋਰਟ ਵੈਲਡਿੰਗ ਕਰਨੀ ਹੈ ਉੱਥੇ ਅਸੀਂ ਇਸ ਨੂੰ ਇਹਦਾ ਪ੍ਰਯੋਗ ਕਰ ਸਕਦੇ ਹਾਂ। ਇਹਦੇ ਨਾਲ ਸਾਡਾ ਮਸ਼ੀਨ ਦਾ ਭਾਰ ਘੱਟ ਹੋ ਗਿਆ। ਟਰਾਂਸਫਾਰਮਰ ਦੇ ਕੰਟਰੋਲ ਦੇ ਅਲੱਗ ਯੂਨਿਟ ਅਲੱਗ ਬਣਾਤੇ ਆ। ਪ੍ਰੈਸ਼ਰ ਜਿਹੜਾ ਹੈ ਇਸ ਦੇ ਨਾਲ ਮਕੈਨੀਕਲ ਵਿਧੀ ਦੁਆਰਾ ਹਵਾ ਦੇ ਦਬਾਅ ਦੁਆਰਾ ਪਾਇਆ ਜਾਂਦਾ ਹੈ। ਅਗਲੀ ਸਲਾਈਡ ਪਲੀਜ਼। ਹੁਣ ਆ ਗਈ ਸਾਡੀ ਡਾਇਗਰਾਮ ਆ ਗਈ ਸਪੋਰਟ ਵੈਲਡਿੰਗ ਮਸ਼ੀਨ ਦੀ। ਹੁਣ ਸਪੋਰਟ ਵੈਲਡਿੰਗ ਮਸ਼ੀਨ ਦੀ ਅਸੀਂ ਇਹਦੇ 'ਚ ਵਰਕਿੰਗ ਸਮਝੀ ਹੋਈ ਹੈ। ਇਹਦੇ 'ਚ ਇੱਕ ਸਰਕਟ ਡਾਇਗਰਾਮ ਹੈ, ਇੱਕ ਸਾਡੀ ਸਪੋਰਟ ਵੈਲਡਿੰਗ ਮਸ਼ੀਨ ਦੇ ਕਿੱਦਾਂ ਸਪੋਰਟ ਕੰਮ ਕਰਦੇ ਆ ਇਹਦੇ ਬਾਰੇ ਦੱਸਿਆ ਹੋਇਆ। ਇਸ ਬਾਰੇ ਮੈਂ ਪਹਿਲੇ ਵੀ ਇਹ ਚੀਜ਼ ਦੱਸ ਚੁੱਕਾ ਹਾਂ। ਇਹ ਜਿਹੜੀ ਸਾਡੀ ਰੈਜ਼ਿਸਟੈਂਸ ਵੈਲਡਿੰਗ ਹੈ ਇਹ ਸਾਡੀ 3 ਚਰਨਾਂ ਵਿੱਚ ਕੰਮ ਕਰਦੀ ਹੈ। ਪਹਿਲਾ ਚਰਨ ਹੈਗਾ ਜੋੜਨ ਵਾਲੇ ਪਾਰਟਸ ਨੂੰ 2 ਇਲੈਕਟ੍ਰੋਡ ਦੇ ਵਿਚਕਾਰ ਰੱਖਿਆ ਜਾਂਦਾ। ਜਿਸ ਤਰ੍ਹਾਂ 2 ਗ੍ਰੀਨ ਪਲੇਟਸ ਸ਼ੋ ਹੋ ਰਹੀਆਂ, ਠੀਕ ਹੈ। ਜੋੜਨ ਵਾਲੇ ਪਾਰਟਸ ਨੂੰ ਦੋਨੋਂ ਇਲੈਕਟ੍ਰੋਡ ਦੇ ਵਿਚਕਾਰ ਰੱਖਿਆ ਜਾਂਦਾ ਹੈ ਤੇ ਦੂਸਰਾ ਚਰਨ ਚ ਆ ਜਾਂਦਾ ਇੱਕ ਇਲੈਕਟ੍ਰੋਡ ਦੇ ਜਾਬ ਰਾਹੀਂ ਦੂਸਰੇ ਇਲੈਕਟ੍ਰੋਨ ਨੂੰ ਕਰੰਟ ਦਾ ਪ੍ਰਵਾਹ ਫੁੱਟ ਪੈਡਲ ਦੇ ਦਬਾਅ ਦੁਆਰਾ ਭੇਜਿਆ ਜਾਂਦਾ ਹੈ। ਤੀਸਰੇ ਚਰਨ ਵਿੱਚ ਕਰੰਟ ਦੇ ਪ੍ਰਵਾਹ ਦੇ ਨਾਲ ਜੋ ਤਾਪ ਪੈਦਾ ਹੁੰਦਾ ਹੈ ਜੋ ਵੈਲਡ ਖੇਤਰ ਨੂੰ ਆਪਸ ਵਿੱਚ ਜੋੜਨ ਦਾ
ਕੰਮ ਕਰਦਾ ਹੈ ਤੇ ਪੈਡਲ ਤੋਂ ਦਬਾਅ ਹਟਾਉਣਾ ਤੇ ਪੈਡਲ ਵਾਪਸ ਆਪਣੇ ਸਥਾਨ ਉੱਤੇ ਆ ਜਾਂਦਾ ਹੈ ਤੇ ਮਸ਼ੀਨ ਆਪਣਾ ਅਗਲਾ ਜੋੜ ਲਗਾਉਣ ਲਈ ਤਿਆਰ ਹੋ ਜਾਂਦੀ ਹੈ। ਇਹਦੇ 'ਚ ਦੇਖਿਆ ਤੁਸੀਂ ਨਗਡ ਤਿਆਰ ਕੀਤਾ। ਨਗਡ ਤਿਆਰ ਇਸ ਤਰ੍ਹਾਂ ਹੀ ਹੋਇਆ ਜਦੋਂ ਅੱਪਰ ਇਲੈਕਟ੍ਰੋਡ ਤੇ ਨੀਚੇ ਇਲੈਕਟ੍ਰੋਡ ਜਦੋਂ ਆਪਣਾ ਪੈਡਲ ਪ੍ਰੈਸ ਕੀਤਾ ਉਹ ਆਪਣੀ ਅਲਾਈਨਮੈਂਟ ਵਿੱਚ ਵਰਕ ਪੀਸ ਦੇ ਕੰਟੈਕਟ 'ਚ ਆਏ ਨੇ। ਕਰੰਟ ਧਾਰਾ ਪਾਸ ਹੋਈ ਹੈ। ਕਰੰਟ ਧਾਰਾ ਪਾਸ ਹੋਣ ਤੋਂ ਬਾਅਦ ਜਿਹੜੀ ਵੈਲਡ ਦੇ ਪੀਸ ਦੇ ਵਿੱਚੋਂ ਜਦੋਂ ਪੀਸ ਕਰੰਟ ਸਾਡਾ ਲੰਘਿਆ ਉਹਨੇ ਮੈਟਲ ਨੂੰ ਫਿਊਜ਼ਡ ਕੀਤਾ। ਮੈਟਲ ਫਿਊਜ਼ਡ ਹੋਣ ਤੇ ਪਲਾਸਟਿਕ ਅਵਸਥਾ ਤੇ ਪਹੁੰਚ ਕੇ ਉੱਥੇ ਹੀ ਦਬਾਅ ਪੈਣ ਨਾਲ ਉੱਥੇ ਨਗਡ ਤਿਆਰ ਹੋ ਗਿਆ, ਸਾਡਾ ਸਪੋਰਟ ਤਿਆਰ ਹੋ ਗਿਆ। ਅਗਲੀ ਸਲਾਈਡ ਪਲੀਜ਼। ਇਹ ਇਸ ਬਾਰੇ ਮੈਂ ਹੁਣੇ ਆਲਰੇਡੀ ਦੱਸ ਚੁੱਕਾ। ਜਿਹੜੀ ਵੈਲਡਿੰਗ ਮਸ਼ੀਨ ਹੈ ਸਾਡੀ ਸਪੋਰਟ ਵੈਲਡਿੰਗ 3 ਚਰਨਾਂ ਵਿੱਚ ਕੀਤੀ ਜਾਂਦੀ ਹੈ। ਇਹ ਉਹੀ ਸਲਾਈਡ ਹੈ ਪਲੀਜ਼। ਅਗਲੀ ਸਲਾਈਡ। ਕਿਹੜੀਆਂ ਧਾਤੂਆਂ ਜਿਸ ਨੂੰ ਸਪੋਰਟ ਵੈਲਡਿੰਗ ਦੁਆਰਾ ਜੋੜਿਆ ਜਾ ਸਕਦਾ ਹੈ? ਸਪੋਰਟ ਵੈਲਡਿੰਗ ਦੁਆਰਾ ਅਸੀਂ ਸਟੇਨਲੈਸ ਸਟੀਲ, ਐਲੂਮੀਨੀਅਮ, ਤਾਂਬਾ, ਗੈਲਵਨਾਈਜ਼ ਧਾਤ ਇਹੋ ਜਿਹੀਆਂ ਧਾਤਾਂ ਜਿਨ੍ਹਾਂ ਦੀ ਅਸੀਂ ਸਪੋਰਟ ਵੈਲਡਿੰਗ ਦੁਆਰਾ ਵੈਲਡਿੰਗ ਕੀਤੀ ਜਾ ਸਕਦੀ ਹੈ। ਅਗਲੀ ਸਲਾਈਡ ਪਲੀਜ਼। ਸਪੋਰਟ ਵੈਲਡਿੰਗ ਦਾ ਪ੍ਰਯੋਗ। ਸਪੋਰਟ ਵੈਲਡਿੰਗ ਦਾ ਪ੍ਰਯੋਗ ਅਸੀਂ ਮੋਟਰ ਕਾਰਾਂ ਦੀਆਂ ਬਾਡੀਆਂ, ਰੈਫਰੀਜਰੇਟਰ ਦੇ ਕੈਬਨਟ ਅਤੇ ਪਤਲੀ ਚਾਦਰਾਂ ਦੀਆਂ ਬਣੀਆਂ ਵਸਤੂਆਂ ਨੂੰ ਜੋੜਨ ਲਈ ਕੀਤਾ ਜਾਂਦਾ ਹੈ। ਅਗਲੀ ਸਲਾਈਡ। ਇਹਦੇ ਚ ਮੈਂ ਦੱਸਿਆ ਸੀ ਸਪੋਰਟ ਦਾ ਪ੍ਰਯੋਗ ਕਿੱਦਾਂ ਹੁੰਦਾ ਹੈ। ਇਹ ਕਿਸੇ ਕਾਰਨ ਵੀਡੀਓ ਨਹੀਂ ਚੱਲ ਸਕਦੀ। ਇਹਦੇ ਚ ਅੱਪਰ ਤੇ ਲੋਅਰ ਇਲੈਕਟ੍ਰੋਡ ਜਦੋਂ ਜੁੜਦੇ ਨੇ ਸਪੋਰਟ ਤਿਆਰ ਹੋ ਜਾਂਦਾ ਹੈ। ਏਦਾਂ ਹੀ ਪਤਲੀ ਚਾਦਰਾਂ ਦੀ ਜਿੱਦਾਂ ਇਹ ਇੱਕ ਆਰਤੀ ਦੀ ਥਾਲ ਤਿਆਰ ਕੀਤੀ ਹੈ ਇਹਨਾਂ ਨੇ, ਠੀਕ ਹੈ। ਇਹ ਜਿੱਥੇ ਵੀ ਜੋ ਇਹ ਕੀ ਹੈ ਇਹਨੂੰ ਅਸੀਂ ਥਾਲ ਨੂੰ ਵਿੱਚ ਰੱਖਿਆ ਤੇ ਉੱਤੋਂ ਦਬਾਅ ਪਾਇਆ ਤੇ ਆਪਣੀ ਸਾਡੀ ਵੈਲਡ ਦਾ ਜੋੜ ਉੱਥੇ ਹੀ ਪਲੇਟ ਕੋਲੀ ਦੀ ਕੋਲੀ ਜਿਹੜੀ ਹੈਗੀ ਆ ਉੱਥੇ ਹੀ ਵੈਲਡ ਹੋ ਗਈ। ਅਗਲੀ ਸਲਾਈਡ ਪਲੀਜ਼। ਹੁਣ ਆ ਗਈ ਸਾਡੀ ਸੀਮ ਵੈਲਡਿੰਗ। ਸੀਮ ਵੈਲਡਿੰਗ ਮਸ਼ੀਨ ਕੀ ਹੈ? ਸੀਮ ਵੈਲਡਿੰਗ ਤੇ ਸਪੋਰਟ ਵੈਲਡਿੰਗ ਮਸ਼ੀਨ ਵਿੱਚ ਅੰਤਰ ਇਹੀ ਹੈ। ਸਪੋਰਟ ਵੈਲਡਿੰਗ ਮਸ਼ੀਨ ਵਿੱਚ ਅਸੀਂ ਸਪੋਰਟ ਤਿਆਰ ਹੁੰਦਾ ਸੀ, ਇੱਕ ਸਪੋਰਟ ਤੋਂ ਬਾਅਦ ਦੂਸਰੇ ਸਪੋਰਟ ਦੇ ਵਿੱਚ ਅੰਤਰ ਆਉਂਦਾ ਸੀ। ਉਹਦੇ ਨਾਲ ਅਸੀਂ ਜ਼ਿਆਦਾਤਰ ਲੈਪ ਜੁਆਇੰਟ ਹੀ ਤਿਆਰ ਕੀਤੇ ਜਾਂਦੇ ਸਪੋਰਟ ਵੈਲਡਿੰਗ ਨਾਲ। ਇੱਕ ਜੇਕਰ ਅਸੀਂ ਬੱਟ ਜੁਆਇੰਟ ਲਗਾਉਣਾ ਹੋਏ ਤੇ ਉਹਦੇ ਲਈ ਸਾਨੂੰ ਸੀਮ ਵੈਲਡਿੰਗ ਦਾ ਹੀ ਪ੍ਰਯੋਗ ਕਰਨਾ ਪਏਗਾ। ਹੁਣ ਸੀਮ ਵੈਲਡਿੰਗ 'ਚ ਅਸੀਂ ਇਲੈਕਟ੍ਰੋਡ, ਜਿੱਥੇ ਇਲੈਕਟ੍ਰੋਡਸ ਆਏ ਪੁਆਇੰਟਡ ਐਂਡ ਵਾਲੇ ਵਰਤੇ ਸੀ ਰੋਡ ਦੀ ਜਗ੍ਹਾ, ਉੱਥੇ ਅਸੀਂ ਕਿਹੜੇ ਵਰਤ ਲਏ? ਰੋਲਰ ਵਰਤ ਲਏ। ਰੋਲਰ ਦਾ ਪ੍ਰਯੋਗ ਕਰ ਲਿਆ। ਜਿਸ ਤਰ੍ਹਾਂ ਇਹ ਡਾਇਗਰਾਮ ਤੋਂ ਕਲੀਅਰ ਹੋ ਰਿਹਾ, ਕਾਪਰ ਦੇ ਇਲੈਕਟ੍ਰੋਡ ਲੱਗੇ ਆ, ਦੋਨੋਂ ਇਲੈਕਟ੍ਰੋਡਸ ਦੇ ਵਿੱਚ ਅਸੀਂ ਪੀਸ ਰੱਖਿਆ ਹੋਇਆ ਤੇ ਜਦੋਂ ਰੋਲਰ ਚੱਲਦੇ ਆ ਆਪਣੇ ਕਰੰਟ ਪਾਸ ਹੁੰਦਾ, ਦਬਾਅ ਪਾਇਆ ਜਾਂਦਾ। ਇਹ ਦੋਨੋਂ ਰੋਲਰ ਦੇ ਵਿੱਚ ਵਰਕ ਪੀਸ ਤੇ ਚੱਲ ਰਿਹਾ ਤੇ ਨਾਲੋਂ ਨਾਲ ਹੀ ਨਗਡ ਕੰਟੀਨਿਊਸ ਤਿਆਰ ਹੋਣ ਡਿਆ। ਇਹਦੇ ਚ ਨਗਡ, ਇੱਕ ਨਗਡ ਤੇ ਦੂਸਰੇ ਨਗਡ ਦੇ ਵਿੱਚ ਕੋਈ ਅੰਤਰ ਨਹੀਂ ਹੈਗਾ। ਇਹ ਸਾਡੀ ਬਲੈਕ ਲਾਈਨ ਸ਼ੋ ਹੋ ਰਹੀ ਹੈ, ਜੋ ਐਰੋ ਸ਼ੋ ਹੋ ਰਿਹਾ, ਇਹਦੇ ਚ ਸਾਡੀ ਬਿਲਕੁਲ ਕੰਟੀਨਿਊ ਸੀਲਿੰਗ ਹੋ ਰਹੀ ਹੈ। ਇਹਦੇ ਚ ਜਿੱਦਾਂ ਨੀਚੇ ਇੱਕ ਲਿਖਿਆ ਹੋਇਆ ਰੈਜ਼ਿਸਟੈਂਸ ਸੀਮ ਵੈਲਡਿੰਗ ਪ੍ਰੋਸੈਸ, ਜਿਹਦੇ ਚ ਅਸੀਂ ਪਹਿਲੇ ਦੱਸਿਆ 2 ਰੋਲਰ ਦੇ ਵਿੱਚ ਪੀਸ ਨੂੰ ਰੱਖਿਆ, ਜਦੋਂ ਕਰੰਟ ਪਾਸ ਹੋਇਆ ਤਾਂ ਕੰਟੀਨਿਊ ਸਾਡਾ ਨਗਡ ਤਿਆਰ ਚੱਲਣ ਡਿਆ। ਇਹਦੇ ਨਾਲ ਕੰਟੀਨਿਊ ਜੋੜ ਸਾਡਾ ਲਗਾਤਾਰ ਜੋੜ ਲੱਗੇਗਾ। ਇੱਕ ਪੁਆਇੰਟ ਤੇ ਦੂਸਰੇ ਪੁਆਇੰਟ ਦੇ ਵਿੱਚ ਕੋਈ ਅੰਤਰ ਨਹੀਂ ਹੋਏਗਾ। ਦੋਨੋਂ ਰੋਲਰ ਦੇ ਉੱਤੇ ਸੇਮ ਪ੍ਰੈਸ਼ਰ ਪਾ ਕੇ ਪੀਸ ਨੂੰ ਰੱਖਿਆ ਜਾਂਦਾ। ਅਗਲੀ ਸਲਾਈਡ ਪਲੀਜ਼। ਸੀਮ ਵੈਲਡਿੰਗ। ਸੀਮ ਵੈਲਡਿੰਗ ਬਾਰੇ ਹੁਣ ਦੱਸਿਆ। ਸੀਮ ਵੈਲਡਿੰਗ ਸਪੋਰਟ ਵੈਲਡਿੰਗ ਵਰਗੀ ਹੀ ਹੈ। ਇਸ ਵਿੱਚ ਵੈਲਡ ਸਪੋਰਟ ਇੱਕ ਦੂਜੇ ਦੇ ਨਾਲ ਮਿਲ ਜਾਂਦੇ ਹਨ ਅਤੇ ਇੱਕ ਲੰਬਾ ਜੋੜ ਬਣਾਇਆ ਜਾਂਦਾ ਹੈ। ਸੀਮ ਵੈਲਡਿੰਗ ਮਸ਼ੀਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਕੀ ਆ ਗਈਆਂ? ਇਸ ਵਿੱਚ ਇਲੈਕਟ੍ਰੋਡ ਰੋਲਰ ਆਕਾਰ ਦੇ ਬਣਾਏ ਜਾਂਦੇ ਹਨ। ਜਿਹੜੇ ਕਿ ਪਾਰਟਸ ਨੂੰ ਜੋੜਨਾ ਹੋਵੇ ਉਹ ਦੋਵੇਂ ਰੋਲਰ ਦੇ ਵਿੱਚ ਰੱਖੇ ਜਾਂਦੇ ਹਨ। ਨੰਬਰ ਦੂਸਰਾ ਕੀ ਹੈ? ਜਦੋਂ ਇਲੈਕਟ੍ਰੋਡ ਘੁੰਮਦੇ ਹਨ ਤਾਂ ਕਰੰਟ ਇੱਕ ਨਿਸ਼ਚਿਤ ਕੀਤੀ ਗਈ ਮਾਤਰਾ ਵਿੱਚ ਆਪਣੇ ਆਪ ਔਨ ਆਫ ਹੁੰਦਾ ਹੈ, ਜਿਸ ਨਾਲ ਪਾਸ ਸਾਡੇ ਛੋਟੇ ਇੱਕ ਦੂਜੇ ਦੇ ਨਾਲ ਮਿਲੇ ਜੋੜ ਬਣਦੇ ਹਨ। ਨੰਬਰ 3, ਇਲੈਕਟ੍ਰੋਨ ਨੂੰ ਠੰਡਾ ਅੰਦਰੂਨੀ ਤੌਰ ਤੇ ਜਾਂ ਇਲੈਕਟ੍ਰੋਡ ਰੋਲਰ ਦੇ ਉੱਪਰ ਪਾਣੀ ਦਾ ਬਾਹਰੀ ਸਪਰੇਅ ਦੁਆਰਾ ਕੀਤਾ ਜਾਂਦਾ। ਪਾਣੀ ਦਾ ਬਾਹਰੀ ਸਪਰੇਅ ਦੁਆਰਾ ਵੀ ਇਹੀ ਇਲੈਕਟ੍ਰੋਨ ਨੂੰ ਠੰਡਾ ਕਰ ਸਕਦੇ ਹਾਂ। ਨੰਬਰ 4 ਕੀ ਹੈ? ਸੀਮ ਵੈਲਡਿੰਗ ਦੁਆਰਾ ਲੈਪ ਅਤੇ ਬੱਟ ਦੋਵੇਂ ਪ੍ਰਕਾਰ ਦੇ ਜੋੜ ਲਗਾਏ ਜਾ ਸਕਦੇ ਹਨ। ਇਸ ਦੁਆਰਾ ਸਮਾਨਾਂਤਰ ਪਤਲੀਆਂ
ਸ਼ੀਟਾਂ ਨੂੰ ਲੈਪ ਜੋੜ ਦੁਆਰਾ ਹੀ ਜੋੜਿਆ ਜਾਂਦਾ ਹੈ। ਅਗਲੀ ਸਲਾਈਡ ਪਲੀਜ਼। ਇਹਦੇ 'ਚ ਵੀਡੀਓ ਦਿਖਾਉਣ ਦਾ ਯਤਨ ਕੀਤਾ ਗਿਆ ਸੀ। ਇਹ ਹੁਣ ਇਹ ਮਸ਼ੀਨ ਸਾਰਿਆਂ ਨੂੰ ਨਜ਼ਰ ਆ ਰਹੀ ਹੈ। ਮਸ਼ੀਨ 'ਚ ਇਲੈਕਟ੍ਰੋਡ ਦੀ ਜਗ੍ਹਾ ਕੀ ਲੱਗੇ, ਰੋਲਰ ਇਲੈਕਟ੍ਰੋਡ ਦਾ ਪ੍ਰਯੋਗ ਕੀਤਾ ਗਿਆ। ਹੁਣ ਇਹਦੇ ਵਿੱਚ ਅਸੀਂ ਨੀਚੇ ਵਾਲੇ ਇਲੈਕਟ੍ਰੋਡ ਦੇ ਉੱਤੇ ਐਸੀ ਪਤਲੀ ਸ਼ੀਟ ਰੱਖੀ ਹੈ। ਇਹ ਦੋ ਪਤਲੀ ਸ਼ੀਟ ਨੂੰ ਦੇ ਬੱਟ ਜੁਆਇੰਟ ਲੱਗੇਗਾ, ਰੋਲਰ ਚੱਲਦਾ ਉੱਪਰ। ਰੋਲਰ ਇੱਕ ਰੇੜੇ ਆਪਣਾ ਜਦੋਂ ਰੋਲ ਕਰਦਾ ਸ਼ੀਟ ਦੇ ਉੱਤੇ ਨਾਲੋਂ ਨਾਲ ਹੀ ਇਹ ਕੰਟੀਨਿਊਸ ਆਪਣਾ ਜੋੜ ਲਗਾ ਦਿੰਦਾ। ਇਹਦੇ ਜਿਹੜੇ ਨਗਡ ਹੈ ਬਿਲਕੁਲ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਹੁੰਦੇ ਹਨ। ਇਹ ਸਾਡਾ ਲੈਪ ਜੋੜ ਲਗਾਉਣ ਲਈ ਜ਼ਿਆਦਾਤਰ ਆਪਣਾ ਬੱਟ ਜੋੜ ਲਗਾਉਣ ਲਈ ਪ੍ਰਯੋਗ ਕੀਤਾ ਜਾਂਦਾ। ਹੁਣ ਸੀਮ ਵੈਲਡਿੰਗ ਦਾ ਪ੍ਰਯੋਗ ਕਿਹੜੀ ਜਗ੍ਹਾ ਕਰ ਸਕਦੇ ਹਾਂ? ਇਸ ਦਾ ਪ੍ਰਯੋਗ ਸਾਰੇ 에ਅਰ ਟਾਈਟ ਜੋੜ ਲਗਾਉਣ ਲਈ, ਜਿੱਦਾਂ ਸਾਡੇ ਕੰਟੇਨਰਸ ਵਗੈਰਾ ਬਣਦੇ ਆ, ਆਪਣੇ ਘਿਓ ਦੇ ਡੱਬੇ, ਅਚਾਰ ਦੇ ਡੱਬੇ, 에ਅਰ ਟਾਈਟ ਜੋ ਇਹ ਜਿੰਨੇ ਵੀ ਤਿਆਰ ਹੁੰਦੇ ਆ ਉਹਨਾਂ ਤੇ ਸਾਡੀ ਸੀਮ ਵੈਲਡਿੰਗ ਦਾ ਪ੍ਰਯੋਗ ਕੀਤਾ ਹੁੰਦਾ ਵਾ। ਵਾਟਰ ਫਿਊਲ ਟੈਂਕ, ਹੀਟਰ ਅਤੇ ਸ਼ੀਟ ਦੇ ਬਣੇ ਭਾਂਡਿਆਂ ਲਈ ਇਸ ਦਾ ਪ੍ਰਯੋਗ ਸੀਮ ਵੈਲਡਿੰਗ ਦਾ ਕੀਤਾ ਜਾਂਦਾ। ਅਗਲੀ ਸਲਾਈਡ ਪਲੀਜ਼। ਪ੍ਰੋਜੈਕਸ਼ਨ ਵੈਲਡਿੰਗ। ਪ੍ਰੋਜੈਕਸ਼ਨ ਵੈਲਡਿੰਗ ਕੀ ਹੈ? ਪ੍ਰੋਜੈਕਸ਼ਨ ਵੈਲਡਿੰਗ 'ਚ ਅਸੀਂ ਰੋਲਰ ਦੀ ਜਗ੍ਹਾ ਪ੍ਰੋਜੈਕਸ਼ਨਸ ਤਿਆਰ ਕੀਤੀਆਂ ਹੁੰਦੀਆਂ। ਇਸ ਵਿਧੀ ਵਿੱਚ ਜ਼ਿਆਦਾ ਸਪੋਟ ਵੈਲਡ ਇੱਕ ਹੀ ਵਾਰ ਵਿੱਚ ਪੂਰੇ ਕੀਤੇ ਜਾਂਦੇ ਹਨ। ਪ੍ਰੋਜੈਕਸ਼ਨ ਵੈਲਡਿੰਗ ਦੀਆਂ ਜਿਹੜੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ, ਇਸ ਵਿੱਚ ਇਲੈਕਟ੍ਰੋਡ ਵਾਲੇ ਸਥਾਨ ਉੱਤੇ ਕਾਪਰ ਪਲੇਟ ਦਾ ਪ੍ਰਯੋਗ ਕੀਤਾ ਜਾਂਦਾ। ਕਾਪਰ ਪਲੇਟ ਦਾ ਪ੍ਰਯੋਗ ਕਾਪਰ ਅਤੇ ਮਿਸ਼ਰ ਧਾਤੂ ਦੀ ਕਿਸੇ ਵੀ ਪਲੇਟ ਦਾ ਪ੍ਰਯੋਗ ਅਸੀਂ ਕੀਤਾ। ਇਹਦੇ 'ਚ ਵੇਖੋ ਮਸ਼ੀਨ ਦੇ ਉੱਤੇ ਜਿੱਦਾਂ ਬਰਾਊਨ ਕਲਰ ਹੈ, ਬਰਾਊਨ ਕਲਰ ਤੇ ਤੁਹਾਨੂੰ ਨਜ਼ਰ ਆ ਰਿਹਾ ਪ੍ਰੋਜੈਕਸ਼ਨਸ ਬਣੀਆਂ ਹੋਈਆਂ, ਮਤਲਬ ਉਬਾਰ ਬਣੇ ਦੇ ਆ। ਇਹ ਉਬਾਰ ਅਸੀਂ ਕੰਮ ਦੇ ਅਨੁਸਾਰ ਡਾਈ ਦੀ ਸਹਾਇਤਾ ਦੇ ਨਾਲ ਆਪਣੇ ਕੰਮ ਦੇ ਮੁਤਾਬਿਕ ਆਪਣੇ ਤਿਆਰ ਕਰਕੇ ਇਹਦੇ 'ਚ ਫਿੱਟ ਕੀਤੇ ਜਾ ਸਕਦੇ ਆ। ਇਹਦੇ ਤੇ ਅਸੀਂ ਨਟ ਵਗੈਰਾ ਫਿੱਟ ਕਰਨਾ, ਸਟੱਡ ਵਗੈਰਾ ਫਿੱਟ ਕਰਨਾ, ਇਹ ਸਾਰੇ ਇਹਦੇ ਦੁਆਰਾ ਮਸ਼ੀਨ ਦੁਆਰਾ ਕੀਤੇ ਜਾਂਦੇ ਹਨ। ਇਹ ਮਸ਼ੀਨ ਦੀ ਜਿਹੜੀ ਪ੍ਰਮੁੱਖ ਵਿਸ਼ੇਸ਼ਤਾਵਾਂ ਹੈ ਉਹਦੇ ਬਾਰੇ ਇਹ ਹੈ ਕਿ ਪ੍ਰੋਜੈਕਸ਼ਨ ਵੈਲਡਿੰਗ ਮਸ਼ੀਨ ਦੀ ਇਹਦੇ ਵਿੱਚ ਇਲੈਕਟ੍ਰੋਡ ਵਾਲੇ ਸਥਾਨ ਉੱਤੇ ਅਸੀਂ ਕਾਪਰ ਪਲੇਟਾਂ ਦਾ ਪ੍ਰਯੋਗ ਕੀਤਾ ਹੈ ਤੇ ਵੈਲਡ ਹੋਣ ਵਾਲੀ ਪਲੇਟ ਵਿੱਚ ਜਿੰਨੇ ਵੀ ਸਪੋਟ ਵੈਲਡ ਕਰਨੇ ਹੋਣ ਉਸ ਨੂੰ ਡਾਈ ਅਤੇ ਪੰਚ ਦੀ ਸਹਾਇਤਾ ਦੇ ਨਾਲ ਪ੍ਰੋਜੈਕਸ਼ਨ ਬਣਾ ਲਿੱਤੇ ਜਾਂਦੇ ਹਨ। ਉਬਾਰ ਮਤਲਬ ਪ੍ਰੋਜੈਕਸ਼ਨ ਪਹਿਲਾਂ ਸੰਪਰਕ ਵਿੱਚ ਆਉਂਦੇ ਹਨ ਤੇ ਤਾਪ ਵੀ ਇਹਨਾਂ ਉਬਾਰਾਂ ਵਿੱਚ ਪੈਦਾ ਹੁੰਦਾ ਹੈ ਤੇ ਫਿਰ ਪ੍ਰੈਸ਼ਰ ਪਾ ਕੇ ਇਸ ਨੂੰ ਜੋੜ ਲਿੱਤਾ ਜਾਂਦਾ ਹੈ। ਹੁਣ ਇਹਦੇ ਵਿੱਚ ਇਹ ਦੇਖੋ ਨੀਚੇ ਦੇ ਤੇ ਉੱਪਰ ਜਦੋਂ ਪੀਸ ਨੂੰ ਰੱਖਿਆ ਪ੍ਰੋਜੈਕਸ਼ਨਸ ਬਣੀਆਂ ਹੋਈਆਂ, ਜਦੋਂ ਪ੍ਰੋਜੈਕਸ਼ਨ ਦੇ ਜਿਹੜੇ ਉਬਾਰ ਹੈ ਵਰਕ ਪੀਸ ਦੇ ਉੱਤੇ ਸੰਪਰਕ ਚ ਆਏ ਉੱਥੇ ਸਾਡਾ ਨਗਦ ਤਿਆਰ ਹੋ ਗਿਆ, ਮਤਲਬ ਵੈਲਡ ਜੋੜ ਤਿਆਰ ਹੋ ਗਿਆ। ਰੈੱਡ ਕਲਰ ਦੇ ਸਾਨੂੰ ਫਿਊਜ਼ਨ ਇਹ ਨਜ਼ਰ ਆ ਰਹੀ ਹੈ ਤੇ ਜਿਹੜੀਆਂ ਬਰਾਊਨ ਕਲਰ ਦੀਆਂ ਪ੍ਰੋਜੈਕਸ਼ਨਸ ਨਜ਼ਰ ਆ ਰਹੀਆਂ। ਉੱਭਰੇ ਹੋਏ ਹਿੱਸੇ ਇਹੀ ਵਰਕ ਪੀਸ ਦੇ ਨਾਲ ਕੰਟੈਕਟ ਚ ਆਉਂਦੇ ਆ, ਜਿਸ ਨੂੰ ਅਸੀਂ ਇੱਧਰ ਲੈਫਟ ਹੈਂਡ ਸਾਈਡ ਵਾਲੀ ਡਾਇਗਰਾਮ 'ਚ ਕਲੀਅਰ ਕੀਤਾ ਦਾ। ਆਹ ਦੇਖੋ ਉਬਾਰ ਨਜ਼ਰ ਆਉਣ ਡੇ ਆ, ਇਹ ਪ੍ਰੋਜੈਕਸ਼ਨਸ ਹੈ। ਇਹ ਪ੍ਰੋਜੈਕਸ਼ਨ ਜਦੋਂ ਵਰਕ ਪੀਸ ਦੇ ਸੰਪਰਕ ਵਿੱਚ ਆਈਆਂ ਤੇ ਇਹਨੇ ਉਹ ਪੁਆਇੰਟ ਦੇ ਉੱਤੇ ਮੈਟਲ ਦੀ ਫਿਊਜ਼ਨ ਹੋ ਜਾਂਦੀ ਹੈ ਜਦੋਂ ਦਬਾਅ ਪੈਂਦਾ। ਇਹਨੂੰ ਅਸੀਂ ਨੀਚੇ ਵਾਲੀ ਡਾਇਗਰਾਮ 'ਚ ਵੀ ਦੱਸਿਆ ਹੋਇਆ ਬਿਫੋਰ ਵੈਲਡਿੰਗ ਤੇ ਆਫਟਰ ਵੈਲਡਿੰਗ। ਬਿਫੋਰ ਵੈਲਡਿੰਗ 'ਚ ਕੀ ਹੈ, ਪ੍ਰੋਜੈਕਸ਼ਨ ਨਜ਼ਰ ਆ ਰਹੀ ਹੈ, ਜਦੋਂ ਦਬਾਅ ਪੈ ਗਿਆ ਉਹ ਵਿੱਚ ਹੀ ਉਹਦੇ ਅੰਦਰ ਉਹਨੇ ਉਸ ਨੂੰ ਫਿਊਜ਼ਨ ਕਰ ਦਿੱਤਾ ਹੈ ਉਹਦੇ ਮੁਤਾਬਿਕ ਹੀ, ਕੰਮ ਦੇ ਮੁਤਾਬਿਕ। ਅਗਲੀ ਸਲਾਈਡ ਪਲੀਜ਼। ਇਸ ਬਾਰੇ ਹੁਣੇ ਦੱਸਿਆ ਮੈਂ, ਇਸ ਵਿਧੀ ਨਾਲ ਜ਼ਿਆਦਾ ਸਪੋਟ ਵੈਲਡ ਇੱਕ ਹੀ ਵਾਰ ਵਿੱਚ ਪੂਰੇ ਕੀਤੇ ਜਾਂਦੇ ਹਨ। ਪ੍ਰੋਜੈਕਸ਼ਨ ਵੈਲਡਿੰਗ ਮਸ਼ੀਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੁਣੇ ਦੱਸੀਆਂ ਹਨ। ਇਸ ਵਿੱਚ ਇਲੈਕਟ੍ਰੋਡ ਵਾਲੇ ਸਥਾਨ ਉੱਤੇ ਕਾਪਰ ਪਲੇਟ ਦਾ ਪ੍ਰਯੋਗ ਕੀਤਾ ਹੈ ਤੇ ਵੈਲਡ ਹੋਣ ਵਾਲੇ ਪਲੇਟ ਉੱਤੇ ਜਿੰਨੇ ਵੀ ਸਪੋਟ ਵੈਲਡ ਕਰਨੇ ਹੋਣ ਉਨੇ ਹੀ ਡਾਈ ਅਤੇ ਪੰਚ ਦੀ ਸਹਾਇਤਾ ਦੇ ਨਾਲ ਪ੍ਰੋਜੈਕਸ਼ਨ ਬਣਾ ਲਿੱਤੇ ਜਾਂਦੇ ਹਨ। ਉਬਾਰ ਮਤਲਬ ਪ੍ਰੋਜੈਕਸ਼ਨ ਪਹਿਲਾਂ ਸੰਪਰਕ ਵਿੱਚ ਆਉਂਦੇ ਹਨ ਅਤੇ ਤਾਪ ਵੀ ਇਹਨਾਂ ਉਬਾਰਾਂ ਵਿੱਚ ਹੀ ਪੈਦਾ ਹੁੰਦਾ ਹੈ ਤੇ ਫਿਰ ਪ੍ਰੈਸ਼ਰ ਪਾ ਕੇ ਜੋੜ ਪੂਰਾ ਕਰ ਦਿੱਤਾ ਜਾਂਦਾ ਹੈ। ਅਗਲੀ ਸਲਾਈਡ ਪਲੀਜ਼। ਇਹਦੇ ਵਿੱਚ ਵੀਡੀਓ ਵਿੱਚ ਇਹ ਦੱਸਿਆ ਦਿਨ ਦਾ ਯਤਨ ਕੀਤਾ ਸੀ। ਹੁਣ ਇਹ ਇੱਕ ਪਲੇਟ ਹੈ, ਉੱਤੇ ਪ੍ਰੋਜੈਕਸ਼ਨਸ ਬਣੀਆਂ ਹੋਈਆਂ, ਇਹਦੇ ਵਿੱਚ ਇੱਕ ਨਟ ਵੈਲਡ ਹੁੰਦਾ। ਇਹ ਉਹਨਾਂ ਨੇ ਡਾਈ ਸਟਾਕ ਦੇ ਸਹਾਇਤਾ ਆਪਣੀ ਡਾਈ ਐਂਡ ਪੰਚ ਦੇ ਸਹਾਇਤਾ ਦੇ ਨਾਲ ਜਿਹੜੀਆਂ ਪਲੇਟਾਂ ਤਿਆਰ ਕੀਤੀਆਂ, ਇਸ ਤਰ੍ਹਾਂ ਤਿਆਰ ਕੀਤੀ ਸੀ ਜਿਹੜਾ ਨਟ ਹੈ ਪਲੇਟ ਦੇ ਉੱਤੇ ਆਪਣੇ ਆਪ ਖੁਦ ਵੈਲਡ ਹੋ ਜਾਂਦਾ। ਜ਼ਿਆਦਾ
ਇਹਦੇ ਨਾਲ ਸਾਡੀ ਪ੍ਰੋਜੈਕਸ਼ਨਸ ਬਹੁਤ ਇੱਕ ਤੇ ਚੱਲ ਪੈਂਦੀ ਵੀਡੀਓ ਸਰ। ਚਲੋ ਅਗਲੀ ਸਲਾਈਡ ਪਲੀਜ਼। ਪ੍ਰੋਜੈਕਸ਼ਨ ਵੈਲਡਿੰਗ ਦਾ ਪ੍ਰਯੋਗ ਕਿੱਥੇ ਕਿੱਥੇ ਹੁੰਦਾ ਹੈ? ਇਸ ਦਾ ਪ੍ਰਯੋਗ ਹੈ ਹੈਂਡਲ, ਦਰਵਾਜ਼ੇ ਦੇ ਕਬਜੇ, ਨਟ, ਸਟੱਡ ਅਤੇ ਭਾਰੀ ਪਲੇਟਾਂ ਨੂੰ ਜੋੜਨ ਲਈ ਕੀਤਾ ਜਾਂਦਾ ਹੈ। ਗੈਲਵੇਨਾਈਜ਼ਡ ਆਇਰਨ ਟੀਨ ਪਲੇਟਾਂ, ਪਤਲੀ ਸਟੀਲ ਦੀਆਂ ਪਲੇਟਾਂ ਨੂੰ ਪ੍ਰੋਜੈਕਸ਼ਨ ਵੈਲਡਿੰਗ ਰਾਹੀਂ ਸਫਲਤਾਪੂਰਵਕ ਵੈਲਡ ਕੀਤਾ ਜਾ ਸਕਦਾ ਹੈ। ਹੁਣ ਜਿੰਨੇ ਵੀ ਦਰਵਾਜ਼ਿਆਂ ਦੇ ਕਬਜੇ ਵਗੈਰਾ ਵਾ ਸਾਰੇ ਅਸੀਂ ਪ੍ਰੋਜੈਕਸ਼ਨ ਵੈਲਡਿੰਗ ਦੁਆਰਾ ਹੀ ਜੋੜੇ ਜਾਂਦੇ ਹਨ। ਹੁਣ ਅਗਲੀ ਸਲਾਈਡ 'ਚ ਆ ਗਿਆ ਸਾਡੀ ਅਗਲੀ ਕਿਸਮ ਆ ਗਈ ਵੈਲਡਿੰਗ ਦੀ, ਰੈਜ਼ਿਸਟੈਂਸ ਵੈਲਡਿੰਗ ਦੀ, ਫਲੈਸ਼ ਵੈਲਡਿੰਗ। ਫਲੈਸ਼ ਵੈਲਡਿੰਗ ਕੀ ਹੈ? ਫਲੈਸ਼ ਵੈਲਡਿੰਗ ਵਿੱਚ ਜਿਸ ਤਰ੍ਹਾਂ ਤੁਹਾਨੂੰ ਨਜ਼ਰ ਆ ਰਿਹਾ, ਇੱਕ ਦੋ ਰੋਡ ਪਾਈਪਸ ਹੈ ਆਪਣੀਆਂ ਦੋ, ਇਹਨਾਂ ਦੇ ਵਿੱਚ ਗੈਪ ਰੱਖਿਆ ਹੋਇਆ। ਇਸ ਪ੍ਰਕਾਰ ਦੀ ਵੈਲਡਿੰਗ ਵਿੱਚ ਧਾਤੂ ਦੇ ਦੋ ਅਲੱਗ-ਅਲੱਗ ਟੁਕੜਿਆਂ ਨੂੰ ਕਲੰਪ ਦੇ ਵਿੱਚ ਅਲੱਗ-ਅਲੱਗ ਫਰਕੇ ਕਰੰਟ ਦੇ ਦੁਆਰਾ ਮਜ਼ਬੂਤੀ ਨਾਲ ਜੋੜੇ ਜਾਂਦੇ ਹਨ। ਇਹਦੇ ਵਿੱਚ ਦੋਨੋਂ ਟੁਕੜਿਆਂ ਵਿੱਚ ਗੈਪ ਰੱਖਿਆ ਜਾਂਦਾ ਹੈ। ਇਹਦੇ ਵਿੱਚ ਫਲੈਸ਼ਿੰਗ ਕਿਰਿਆ ਦੁਆਰਾ ਦੋਨਾਂ ਟੁਕੜਿਆਂ ਦੇ ਸਿਰਿਆਂ ਨੂੰ ਪਿਘਲਾ ਕੇ ਅਸੀਂ ਜੋੜਦੇ ਹਾਂ। ਇਹਦੇ ਵਿੱਚ ਜੋੜ ਦੇ ਕਿਨਾਰੇ ਬਿਲਕੁਲ ਸਮਤਲ ਕਰਨ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਪੈਂਦੀ। ਪਹਿਲੇ ਦੋ ਵਰਗ ਪੀਸ ਹੈ, ਇੱਕ ਸਾਡੇ ਅਪਰ ਇਲੈਕਟ੍ਰੋਡ ਦੇ ਨਾਲ, ਇੱਕ ਨੀਚੇ ਇਲੈਕਟ੍ਰੋਡ ਦੇ ਨਾਲ ਕਲੰਪ ਕੀਤੇ ਹੋਏ ਆ। ਜਦੋਂ ਅਪਰ ਇਲੈਕਟ੍ਰੋਡ ਦੀ ਮੂਵਮੈਂਟ ਹੁੰਦੀ ਹੈ ਪੈਡਲ ਦੁਆਰਾ, ਉਹ ਇਹ ਦੋਨੋਂ ਪੀਸ ਦੇ ਵਿੱਚ ਇੱਕ ਗੈਪ ਰੱਖਿਆ ਹੋਇਆ, ਉਹਦੇ ਨਾਲ ਜਦੋਂ ਇੱਕ ਦੂਜੇ ਦੇ ਕੋਲ ਆਉਂਦੇ ਆ ਫਲੈਸ਼ ਪੈਦਾ ਹੁੰਦੀ ਹੈ। ਜਦੋਂ ਫਲੈਸ਼ ਪੈਦਾ ਹੋਏਗੀ ਉਹਦੇ ਨਾਲ ਕੀ ਹੋਏਗਾ? ਹੀਟ ਪੈਦਾ ਹੋਏਗੀ। ਹੀਟ ਜਦੋਂ ਪੈਦਾ ਹੋਏਗੀ ਤੇ ਜਦ ਇਹਦੇ ਤਲ ਹੈ ਉਹ ਪਿਘਲਣੇ ਸ਼ੁਰੂ ਹੋ ਜਾਣਗੇ, ਪਲਾਸਟਿਕ ਅਵਸਥਾ 'ਚ ਆਉਣੇ ਸ਼ੁਰੂ ਹੋ ਜਾਣਗੇ, ਉਹਨਾਂ ਦੀ ਫਿਊਜ਼ਨ ਸਟਾਰਟ ਹੋ ਜਾਏਗੀ। ਫਿਰ ਨਾਲ ਹੀ ਅਸੀਂ ਦਬਾਅ ਪਾ ਕੇ ਇਸ ਨੂੰ ਜੋੜ ਦਿੱਤਾ ਜਾਂਦਾ ਹੈ। ਜਿੱਦਾਂ ਫਿਨਿਸ਼ਡ ਸਾਡਾ ਫਲੈਸ਼ ਵੈਲਡ ਉੱਪਰ ਨਜ਼ਰ ਆ ਰਿਹਾ। ਪਹਿਲੇ ਦੋ ਪਾਈਪਸ ਹੈ ਆਪਣੇ, ਇੱਕ ਜਿਨ੍ਹਾਂ ਨੂੰ ਕਲੰਪ 'ਚ ਜਕੜਿਆ ਹੋਇਆ, ਉਹਨਾਂ ਦੇ ਵਿੱਚ ਗੈਪ ਰੱਖਿਆ ਹੋਇਆ। ਜਦੋਂ ਉਹਨਾਂ ਦੀ ਫਿਊਜ਼ਨ ਆਪਣੇ ਫਲੈਸ਼ ਪੈਦਾ ਹੋ ਗਈ ਹੈ, ਫਲੈਸ਼ ਪੈਦਾ ਹੋਣ ਤੋਂ ਬਾਅਦ ਜਿਹੜਾ ਪ੍ਰੋਡਕਟ ਸਾਡਾ ਤਿਆਰ ਹੋਇਆ ਉਹ ਸਾਡੇ ਮੈਟਲ ਦੇ ਪੀਸ ਜੁੜੀ ਉੱਪਰ ਫਿਨਿਸ਼ਡ ਵੈਲਡ ਮੈਟਲ 'ਚ ਨਜ਼ਰ ਆ ਰਹੀ ਹੈ। ਫਲੈਸ਼ ਬੱਟ ਵੈਲਡਿੰਗ ਜਿਹਦੇ ਬਾਰੇ ਹੁਣੇ ਪੜ੍ਹਿਆ, ਇਸ ਦੀਆਂ ਇੱਕ ਵਾਰੀ ਫਿਰ ਵਿਸ਼ੇਸ਼ਤਾਵਾਂ ਵੇਲੀਏ। ਇਸ ਪ੍ਰਕਾਰ ਦੀ ਵੈਲਡਿੰਗ ਵਿੱਚ ਧਾਤੂ ਦੇ ਦੋ ਅਲੱਗ-ਅਲੱਗ ਟੁਕੜਿਆਂ ਨੂੰ ਕਲੰਪ ਦੇ ਵਿੱਚ ਇਹ ਅਲੱਗ-ਅਲੱਗ ਫਰਕੇ ਕਰੰਟ ਦੇ ਦੁਆਰਾ ਮਜ਼ਬੂਤੀ ਨਾਲ ਜੋੜੇ ਜਾਂਦੇ ਹਨ। ਇਸ ਵਿੱਚ ਦੋਨੋਂ ਟੁਕੜਿਆਂ ਦੇ ਵਿੱਚ ਗੈਪ ਰੱਖਿਆ ਜਾਂਦਾ ਹੈ। ਇਹਦੇ ਵਿੱਚ ਫਲੈਸ਼ਿੰਗ ਕਿਰਿਆ ਦੁਆਰਾ ਦੋਨੋਂ ਟੁਕੜਿਆਂ ਦੇ ਸਿਰਿਆਂ ਨੂੰ ਪਿਘਲਾ ਕੇ ਜੋੜਿਆ ਜਾਂਦਾ ਹੈ। ਇਸ ਦੇ ਵਿੱਚ ਜੋੜ ਦੇ ਕਿਨਾਰੇ ਬਿਲਕੁਲ ਸਮਤਲ ਕਰਨ ਦੀ ਕੋਈ ਜ਼ਰੂਰਤ ਨਹੀਂ ਪੈਂਦੀ। ਅਗਲੀ ਸਲਾਈਡ ਪਲੀਜ਼। ਇਹ ਵੀਡੀਓ ਸੀ, ਵੀਡੀਓ ਦੁਆਰਾ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਜਿੱਦਾਂ ਇੱਕ ਰੇਲਵੇ ਟਰੈਕ ਲਾਈਨ ਹੈ, ਉਹਦੇ ਉੱਤੇ ਇਹਨਾਂ ਨੇ ਫਲੈਸ਼ ਵੈਲਡਿੰਗ ਦੁਆਰਾ ਇਸ ਰੇਲਵੇ ਟਰੈਕ ਨੂੰ ਜੋੜਿਆ। ਉਹਦੇ ਦੁਆਰਾ ਇਹਨਾਂ ਨੇ ਦੋ ਏਦਾਂ ਹੀ ਪਲੇਟਾਂ ਤਿਆਰ ਕੀਤੀਆਂ ਹੋਈਆਂ, ਕਲੰਪ ਹੈ, ਉਹ ਕਲੰਪ ਦੇ ਦੁਆਰਾ ਰੱਖ ਕੇ ਰੇਲ ਲਾਈਨ ਦੇ ਵਿੱਚ ਫਲੈਸ਼ ਪੈਦਾ ਕੀ ਕਰਦੇ ਆ। ਫਲੈਸ਼ ਪੈਦਾ ਕਰਨ ਦੇ ਨਾਲ ਉਹ ਉੱਥੋਂ ਮੈਟਲ ਸਾਡੀ ਫੋਰਜ ਆਪਣੀ ਫਿਊਜ਼ਨ ਹੋ ਜਾਂਦੀ ਹੈ। ਫਿਊਜ਼ਨ ਹੋ ਕੇ ਜਦੋਂ ਆਪਸ 'ਚ ਜੁੜ ਜਾਂਦੀ ਹੈ ਤੇ ਇਸ ਤਰ੍ਹਾਂ ਦੀ ਲੱਗਦੀ ਹੈ ਜਿੱਦਾਂ ਇਹਦੇ ਤੋਂ ਕੋਈ ਕਰੈਕ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਕੋਈ ਚੀਜ਼ ਕੋਈ ਟੁੱਟ ਭਾਜੀ ਨਹੀਂ ਹੋ ਜਾਂਦੀ। ਇਸ ਤਰ੍ਹਾਂ ਦੀ ਰੇਲਵੇ ਲਾਈਨ ਫਿਰ ਦਾ ਜੋੜ ਸਾਡਾ ਤਿਆਰ ਹੁੰਦਾ। ਬੜਾ ਵਧੀਆ ਸੀ ਇਹ ਕਲਿੱਪ। ਚਲੋ ਅਗਲੀ ਸਲਾਈਡ ਪਲੀਜ਼। ਫਲੈਸ਼ ਬੱਟ ਵੈਲਡਿੰਗ ਦਾ ਪ੍ਰਯੋਗ ਕਿੱਥੇ ਕਿਤੇ ਹੁੰਦਾ ਹੈ? ਇਸ ਦਾ ਪ੍ਰਯੋਗ ਅਸੀਂ ਰੋਡ, ਟਿਊਬਾਂ, ਪਾਈਪਾਂ ਨੂੰ ਜੋੜਨ ਲਈ ਕਰਦੇ ਹਾਂ। ਇਸ ਦਾ ਪ੍ਰਯੋਗ 250 ਮਿਲੀਮੀਟਰ ਸਕੁਅਰ ਜਾਂ ਇਸ ਤੋਂ ਜ਼ਿਆਦਾ ਕ੍ਰੋਸ ਸੈਕਸ਼ਨ ਦੀਆਂ ਰੋਡਾਂ ਲਈ ਕੀਤਾ ਜਾਂਦਾ ਫਲੈਸ਼ ਬੱਟ ਦਾ। ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ, ਇਸ ਦਾ ਪ੍ਰਯੋਗ ਅਸੀਂ ਕਾਸਟਨ, ਦੇਗੀ ਲੋਹਾ ਜਾਂ ਉਹਦੇ ਦੁਆਰਾ ਨਾਲ ਸੰਬੰਧਿਤ ਜਿੰਨੀਆਂ ਜ਼ਿੰਕ ਮਿਸ਼ਰ ਧਾਤੂਆਂ ਉਹਨਾਂ ਤੇ ਇਸ ਦੀ ਵੈਲਡਿੰਗ ਨਹੀਂ ਕੀਤੀ ਜਾ ਸਕਦੀ। ਅੱਗੇ ਸਾਡੀ ਅਪਸੈਟ ਵੈਲਡਿੰਗ। ਅਪਸੈਟ ਵੈਲਡਿੰਗ ਦੇ ਵਿੱਚ ਕੀ ਹੈ? ਅਪਸੈਟ ਵੈਲਡਿੰਗ ਫਲੈਸ਼ ਬੱਟ ਵੈਲਡਿੰਗ ਦੇ ਮਿਲਦਾ ਜੁਲਦਾ ਰੂਪ ਹੈ। ਬਸ ਫਰਕ ਇੰਨਾ ਹੈ, ਇਸ ਦੇ ਵਿੱਚ ਅਸੀਂ ਜੋ ਵਰਕ ਪੀਸ ਹੈ ਉਸ ਦੇ ਵਿੱਚ ਗੈਪ ਨਹੀਂ ਰੱਖਿਆ ਜਾਂਦਾ। ਉਸਨੂੰ ਵਰਕ ਪੀਸ ਦੇ ਵਿੱਚ ਗੈਪ ਨਹੀਂ ਰੱਖਿਆ ਜਾਂਦਾ। ਵਰਕ ਪੀਸ ਬਿਲਕੁਲ ਇੱਕ ਦੂਸਰੇ ਨਾਲ ਜੁੜੇ ਹੁੰਦੇ ਹਨ ਤੇ ਜਦੋਂ ਕਰੰਟ ਪਾਸ ਹੁੰਦਾ ਹੈ,
करंट पास होने तो बाद इन्हां च जो फ्यूजन स्टार्ट होंदी है फिर दबाव पा के इसकी वेल्ड जोन नूं पूरा कर दिता जाता है। ये हुण एक सर्किट डायग्राम च ध्यान नाल देखो, 2 पीस नूं क्लंप की सहायता दे नाल ही फड़िया होया, तो उहदे तो बाद जो करंट पास होंदा है तो फिनिश्ड वेल्ड बट वेल्ड साडा उपर शो हो रही है। ये दबाव पाने दे नाल ही साडी जोड़ लगता है, क्योंकि फ्यूजन जो स्टार्ट हो रही है दबाव सानू पाना पैंदा है, दबाव ज़्यादा पा के ते इहदी फ्यूजन दे विच एक दूसरे विच जदों इंटरमिक्स हो जाती है तो फिर साडा जोड़ बनता है। अगली स्लाइड प्लीज। बट वेल्डिंग मशीन दी विशेषतावां की सी? इस वेल्डिंग विच 2 पार्ट्स जिन्हां नूं जोड़ना है उन्हां विच एक नूं फिक्स क्लंप ते दूसरे नूं मूवेबल क्लंप विच असीं फिक्स करदे हां। ये दोवें पार्ट्स विचकार गैप नहीं रखा जाता अते जोड़ के किनारे सानू समतल करने पैंदे हैं। इस वेल्डिंग विच 2 जोड़ां वाले पार्ट्स नूं दबाव विच रख के ते उन्हां विचों करंट लंघाया जाता है। इस नाल जोड़ां वाले किनारे पिघल जाते हैं। इस दे विच हीट प्रोसैस के समय एक निश्चित प्रैशर पाया जाता ताकि इसकी वेल्डिंग का जोड़ पूरा हो सके। हुण बट अपसैट वेल्डिंग का प्रयोग कित्थे कित्थे हुंदा है? इसका प्रयोग रॉड ट्यूबां पाइपां नूं जोड़न लई करते हैं। इसका प्रयोग 250 मिलीमीटर स्केल तो ज़्यादा क्रॉस सैक्शन की रॉड दे नहीं किया जाता, जिस तरह उसका प्रयोग किया जाता सी, इसका प्रयोग नहीं किया जाता। अगली स्लाइड प्लीज। हाँ, हुण आ गई रेजिस्टेंस वेल्डिंग का प्रयोग। रेजिस्टेंस वेल्डिंग की एप्लीकेशनस बारे पढ़ लीए। रेजिस्टेंस वेल्डिंग का एक बारी नालों नाल ही हर जिन्नियां भी रेजिस्टेंस वेल्डिंग मशीन दी किस्मां कराइयां उस हर एक किस्म की एप्लीकेशन बारे पहले मैं सारा दस दिता। हुण रेजिस्टेंस वेल्डिंग के मुख्य विशेषता अपनी एप्लीकेशन फिर असीं दोहरा लैने आ। इस वेल्डिंग का प्रयोग मोटर कार उद्योग विच पतली शीटां की वेल्डिंग लई किया जाता है। ट्रैक्टर और फार्म मशीनरी उद्योग विच इसका प्रयोग किया जाता है। रेल कोच उद्योग विच इस वेल्डिंग का प्रयोग ज़्यादा किया जाता है। भांडे बनाने वाले उद्योग विच इसका प्रयोग किया जाता है। यह विभिन्न अलग अलग धातुओं की वेल्डिंग लई भी इसके उपयोगी है। रेजिस्टेंस वेल्डिंग के प्रमुख लाभ की है? इसके प्रमुख लाभ डिस्टोर्शन नहीं आती, मतलब टेढ़ापन नहीं आएगा, साडी अलाइनमेंट पूरी प्रॉपर होगी, वर्क पीस च कोई टेढ़ापन नहीं होगा, डिस्टोर्शन नहीं आएगी। ये वेल्डिंग साडी तेज गति नाल असीं कर सकते हैं। इसदे विच वेल्डिंग जोड़ के किनारे तैयार करने की जरूरत नहीं पैंदी। कुछ खास केस हैं जिन्हां ते जरूरत भी पैंदी है, जिद्दां हुण असीं अपसाइड वेल्डिंग करनी है जिहदे च किनारे सानूं थोड़े जे सैट करने पैंदे आ, पर मोस्टली इन्हां दे वेल्डिंग जोड़ के किनारे तैयार करने की जरूरत नहीं पैंदी। इस वेल्डिंग दे करन लई अकुशल कारीगर नाल भी काम चलाया जा सकता है। जेकर कोई निपुण कारीगर ना होए उसनों वो भी इस मशीन नूं चला सकता है। इस रेजिस्टेंस वेल्डिंग के एक होर 2 प्रमुख लाभ हैं। इस लई सानूं कोई फिलर रॉड की जरूरत नहीं पैंदी। एक दूसरा, इस लई सानूं कोई अपनी शील्डिंग गैस की जरूरत नहीं पैंदी रेजिस्टेंस वेल्डिंग विच। जिथे वेल्डिंग के हर एक दे लाभ है ये कुछ कमियां भी हैं। कमी सब तो पहले आती है कि महंगी वेल्डिंग विधि है। इसके उपकरणों की कीमत बहुत है। रेजिस्टेंस वेल्डिंग मुख्य तौर पर लैब जोड़ तक ही सीमित है। सीम वेल्डिंग च असीं बट जोड़ लगाने बस स्पैशल। उपकरण जिहड़े हैगे पोर्टेबल नहीं है, वो पोर्टेबल तैयार करने पैंदे हैं जो कि बहुत भारी है। एक 6 मिलीमीटर धातु की शीटां की मोटाई तक ही वेल्ड करने की समर्था रखता है। ये रेजिस्टेंस वेल्डिंग बारे सारा हफ्ता नंबर 44 का सारा सिलेबस है जिन्हों मैं कवर करने की पूरी कोशिश की है। जेकर इस दे नाल संबंधित किसी की क्वेश्चनिंग हैगी है वो पूछ सकते। मेरा नंबर दिता होया, जेकर किसी ने भी मेरे को फोन नोट कर लो। मेरा नंबर 9855438997। किसी तरह की कोई क्वेश्चनिंग होए मेरे को पूछ सकता है इस टॉपिक।
ਸਟਾਰਟਿੰਗ ਤੇ ਤੰਗੀ ਆਈ ਹੈ, ਨੈਟ ਦੇ ਨਾਲ ਉਹਦਾ ਕਨੈਕਸ਼ਨ ਨਹੀਂ ਹੋ ਸਕਿਆ ਪੀਪੀਟੀ ਦੇ, ਜਿਸ ਲਈ ਮੈਂ ਮਾਫੀ ਮੰਗਦਾ ਤੇ ਜਿਹਦੇ ਲਈ ਮੈਂ ਤੁਹਾਡੇ ਸਾਰਿਆਂ ਕੋਲੋਂ ਮੈਂ ਮੰਗਦਾ। ਕੋਈ ਗੱਲ ਨਹੀਂ ਮਿੱਤਲ ਸਾਹਿਬ, ਬਹੁਤ ਵਧੀਆ ਤੁਹਾਡਾ ਲੈਕਚਰ ਆ, ਬੜਾ ਵਧੀਆ ਪਤਾ ਲੱਗਾ ਜੀ। ਬਾਕੀ ਉਹ ਥੋੜੀ ਟੈਕਨੀਕਲ ਪ੍ਰੋਬਲਮ ਸੀ ਕਿਉਂਕਿ ਪਹਿਲੀ ਵਾਰ ਤੁਸੀਂ ਲੈਕਚਰ ਦੇ ਰਹੇ ਆ, ਅਗਲੀ ਵਾਰ ਤੋਂ ਇਹ ਸੁਧਾਰ ਹੋ ਜਾਣਾ। ਬਹੁਤ ਵਧੀਆ ਤੁਸੀਂ ਵੈਲਿਊਏਬਲ ਗੱਲਾਂ ਦੱਸੀਆਂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਸਰ। ਹਾਂਜੀ ਥੈਂਕ ਯੂ ਮਿੱਤਲ ਜੀ, ਥੈਂਕ ਯੂ ਵੈਰੀ ਮਚ ਜੀ, ਬਹੁਤ ਵਧੀਆ ਲੱਗਾ ਜੀ, ਥੈਂਕ ਯੂ ਵੈਰੀ ਮਚ। ਟੇਕ ਕੇਅਰ ਸਰ, ਟੇਕ ਕੇਅਰ ਸਰ। ਹੈਲੋ ਹਾਂਜੀ ਮਿੱਤਲ ਜੀ। ਜੀ ਜੀ ਸਰ। ਹੈਲੋ ਹਾਂਜੀ ਹਾਂਜੀ ਸਰ। ਬਹੁਤ ਵਧੀਆ ਜਨਾਬ, ਬਹੁਤ ਵਧੀਆ ਲੈਕਚਰ ਸੀ, ਪ੍ਰੈਜੈਂਟੇਸ਼ਨ ਬਹੁਤ ਵਧੀਆ ਤੁਹਾਡੀ। ਥੈਂਕ ਯੂ ਸਰ, ਥੈਂਕ ਯੂ। ਵੀਡੀਓ ਚੱਲ ਪੈਂਦੀਆਂ ਸਰ, ਹੋਰ ਬਹੁਤ ਵਧੀਆ ਲੱਗਣਾ ਸੀ। ਉਹ ਅਸਲ ਵਿੱਚ ਜਦੋਂ ਮੈਂ ਤੁਹਾਡੇ ਕੋਲੋਂ ਮੇਰੇ ਵੱਲ ਆਈ ਨਾ, ਫਿਰ ਉਹ ਚੇਂਜ ਚੱਲਣੀ ਨਹੀਂ ਸੀਗੀ। ਚਲੋ ਟੈਕਨੀਕਲ ਐਰਰ ਸਹੀ ਹੋ ਗਿਆ ਤੇ ਚਲੋ ਮੈਂ ਬਾਕੀ ਪੂਰੀ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਇੱਕ ਟੌਪਿਕ ਨੂੰ। ਇਹ ਦੇਖੋ ਨਾ, ਵੀਡੀਓ ਚਲਾਓ ਨਹੀਂ ਚੱਲਦੀ ਹੈ। ਇਹ ਫਾਰਮੈਟ ਚੇਂਜ ਹੋ ਗਿਆ ਨਾ ਜਦੋਂ ਮੇਰੇ ਕੋਲ ਪਹੁੰਚੀ ਹੈ ਨਾ। ਹਾਂਜੀ ਹਾਂਜੀ। ਤੁਹਾਡੇ ਤੇ ਓਰੀਜਨਲ ਫਾਰਮੈਟ ਸੀ ਇਹਦਾ। ਹਾਂਜੀ ਬਹੁਤ ਵਧੀਆ ਹੈ, ਜੋ ਵੀਡੀਓ ਨੂੰ ਦੱਸਣਾ ਤੁਸੀਂ ਵੈਸੇ ਦੱਸਤਾ। ਹਾਂਜੀ 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 ਠੀਕ ਹੈ ਸਰ। ਬਹੁਤ ਵਧੀਆ ਸਰ, ਬਹੁਤ ਵਧੀਆ। ਤੁਸੀਂ ਪ੍ਰੈਜੈਂਟੇਸ਼ਨ ਬਹੁਤ ਵਧੀਆ, ਸਲਾਈਡ ਬਹੁਤ ਵਧੀਆ ਤੁਹਾਡੀਆਂ। ਓਕੇ ਸਰ, ਥੈਂਕ ਯੂ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਟੇਕ ਕੇਅਰ ਸਰ, ਟੇਕ ਕੇਅਰ ਸਰ।